ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀਂ ਕਛ ਹਉ ਨਹੀਂ, ਕਿਛ ਆਹੇ ਨਾ ਮੁਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਾਨ ਤੂਰਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਾਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਾਲ ਰਾਖੀ ਮੇਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਚੌ ਬੋਲੇ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੰਮਨ ਜੋ ਇਸ ਪ੍ਰੇਮ ਕੀ, ਦਮ ਕਿਹੋ ਹੋਤੀ ਸਾਟ। ਰਾਵਨ ਹੁਤੇ ਸੋ ਰੰਕ ਨਹਿ, ਜਿਨ ਸਿਰ ਦੀਨੇ ਕਾਟ। ਪ੍ਰੀਤ ਪ੍ਰੇਮ ਤਨ ਖਚ ਰਹਿਆ, ਬੀਚ ਨਾ ਰਾਈ ਹੋਤ। ਚਰਨ ਕਮਲ ਮਨ ਬੇਦਿਓ, ਬੂਝਨ ਸੁਰਤ ਸੰਜੋਗ। ਚੌ ਬੋਲੇ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੰਮਨ ਜੋ ਇਸ ਪ੍ਰੇਮ ਕੀ, ਦਮ ਕਿਹੋ ਹੋਤੀ ਸਾਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਮਹਾਨ ਪਵਿੱਤਰ ਅਤੇ ਵਚਿੱਤਰ ਕੌਤਕ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇਹ ਬਾਣੀ ਐਸੀ ਅਮੋਲਕ ਦਾਤ ਹੈ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਨਾਈ, ਸਦਾ ਸਦਾ ਬਲਿਹਾਰੈ। ਪਸ਼ੂਆਂ ਦਾ, ਪ੍ਰੇਤਾਂ ਦਾ, ਮੁਗਧਾਂ ਦਾ, ਪੱਥਰਾਂ ਦਾ ਵੀ ਇਹ ਉਧਾਰ ਕਰਦੀ ਹੈ। ਪਸ਼ੂ ਤੋਂ ਭਾਵ ਜਿਹੜੇ ਆਚੇਤ ਅਵਸਥਾ ਵਾਲੇ ਲੋਕ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਇਹ ਬਾਣੀ ਉਹਨਾਂ ਦਾ ਵੀ ਉਧਾਰ ਕਰਦੀ ਹੈ। ਪ੍ਰੇਤ ਤੋਂ ਭਾਵ ਭਟਕਦੀਆਂ ਰੂਹਾਂ, ਉਹਨਾਂ ਦਾ ਵੀ ਉਧਾਰ ਕਰਦੀ ਹੈ। ਮੁਗਧ ਜਿਹੜੇ ਜਾਹਲ ਉਜੜ ਕਿਸਮ ਦੇ ਲੋਕ ਹਨ, ਜਿਨ੍ਹਾਂ ਨੂੰ ਅਰਥ ਪਰਮਾਰਥ ਦਾ ਵੀ ਗਿਆਨ ਨਹੀਂ, ਇਹ ਬਾਣੀ ਉਹਨਾਂ ਦਾ ਵੀ ਉਧਾਰ ਕਰਦੀ ਹੈ। ਇੱਥੋਂ ਤੱਕ ਜਿਹੜੇ ਪੱਥਰ ਵਰਗੇ ਪਾਪੀ ਨੇ, ਮਨ ਦੇ ਕਠੋਰ ਨੇ, ਐਸੇ ਜੀਵਾਂ ਦਾ ਵੀ ਇਹ ਬਾਣੀ ਉਧਾਰ ਕਰਦੀ ਹੈ। ਆਪ ਸੰਗਤਾਂ ਉਸ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪਿੱਛੇ ਫੁਨਹ ਬਾਣੀ ਦੀ ਕਥਾ ਸੰਪੂਰਨ ਹੋਈ ਹੈ। ਹੁਣ ਅੱਗੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, महान परोपकारी सतगुरु दोहे था बाणी का बोहे था। चौ बोले नाम दी बाणी उचारण कर रहे ने। चौ बोले बाणी का नाम भी है। चौ बोले काव रचना विच एक छंद का भी नाम है।
ਤੀਸਰਾ ਚਉ ਬੋਲੇ ਦਾ ਅਰਥ, ਇਹਦੇ ਵਿੱਚ 4 ਗੁਰਸਿੱਖਾਂ ਦੇ ਬਚਨ ਬੋਲ ਦਰਜ ਕੀਤੇ ਗਏ ਹਨ। ਉਹ 4 ਸਿੱਖ ਕਿਹੜੇ ਨੇ ਜਿਨ੍ਹਾਂ ਦਾ ਇਸ ਬਾਣੀ ਵਿੱਚ ਜ਼ਿਕਰ ਆਉਂਦਾ ਹੈ? ਪਹਿਲੇ ਨੰਬਰ 'ਤੇ ਸੰਮਣ ਦਾ ਜ਼ਿਕਰ ਆਉਂਦਾ ਹੈ, ਦੂਸਰੇ ਨੰਬਰ 'ਤੇ ਮੂਸਣ ਦਾ ਨਾਮ ਆਉਂਦਾ ਹੈ, ਤੀਸਰੇ ਨੰਬਰ 'ਤੇ ਜਮਾਲ ਨਾਮ ਆਉਂਦਾ ਹੈ, ਚੌਥੇ ਨੰਬਰ 'ਤੇ ਪਤੰਗ ਦਾ ਜ਼ਿਕਰ ਆਇਆ ਹੈ। ਇਹ ਕੌਣ ਸਨ? ਜਦੋਂ ਆਪਾਂ ਇਹਨਾਂ ਦੇ ਪਿਛੋਕੜ ਦੀ ਵਿਚਾਰ ਕਰਾਂਗੇ, ਜਿਸ ਨੂੰ ਉਥਾਨਕਾ ਕਹਿੰਦੇ ਹਨ, ਡਾਕਟਰ ਭਾਈ ਵੀਰ ਸਿੰਘ ਜੀ ਨੇ ਉਥਾਨਕਾ ਨੂੰ ਪ੍ਰਾਕ ਕਥਨ ਦਾ ਨਾਮ ਵੀ ਦਿੱਤਾ ਹੈ। ਇਸ ਬਾਣੀ ਦੀ ਉਥਾਨਕਾ ਇਸ ਪ੍ਰਕਾਰ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਸਨ ਭਾਈ ਸੰਮਣ ਜੀ ਅਤੇ ਭਾਈ ਮੂਸਣ ਜੀ। ਸੰਮਣ ਪੁੱਤਰ ਦਾ ਨਾਮ ਸੀ, ਮੂਸਣ ਪਿਤਾ ਦਾ ਨਾਮ ਸੀ। ਸ਼ਹਿਬਾਜ਼ਪੁਰੇ ਪਿੰਡ ਵਿੱਚ ਰਹਿਣ ਵਾਲੇ ਸਨ। ਰੋਜੀ ਰੋਟੀ ਦੀ ਖਾਤਰ ਇਹਨਾਂ ਨੂੰ ਲਾਹੌਰ ਵਿੱਚ ਜਾਣਾ ਪਿਆ। ਲਾਹੌਰ ਦੇ ਵਿੱਚ ਕੋਈ ਸ਼ਾਹੂਕਾਰ ਰਹਿੰਦਾ ਸੀ, ਜਿਸ ਦਾ ਬਹੁਤ ਵੱਡਾ ਬਿਜ਼ਨਸ ਸੀ, ਕਾਰੋਬਾਰ ਸੀ। ਉਹਦੇ ਪਾਸ ਜਾ ਕੇ ਕੰਮ 'ਤੇ ਲੱਗ ਗਏ। ਜਿੰਨੀ ਕੁ ਲੋੜ ਹੁੰਦੀ ਸੀ ਉਹਦੇ ਕੋਲੋਂ ਉਹ ਤਨਖਾਹ ਲੈ ਲੈਂਦੇ ਅਤੇ ਬਾਕੀ ਉਸ ਨੂੰ ਕਹਿੰਦੇ, ਭਾਈ ਤੂੰ ਸਾਡੀ ਜਮ੍ਹਾਂ ਰੱਖ, ਜਦੋਂ ਸਾਨੂੰ ਕਿਧਰੇ ਲੋੜ ਪਏਗੀ ਉਸ ਵੇਲੇ ਅਸੀਂ ਤੇਰੇ ਪਾਸੋਂ ਲੈ ਲਵਾਂਗੇ। ਸੰਮਣ ਅਤੇ ਮੂਸਣ ਪਿਤਾ ਪੁੱਤਰ ਹੁਣ ਉਸ ਸ਼ਾਹੂਕਾਰ ਦੀ ਨੌਕਰੀ ਕਰਦੇ ਹਨ, ਤਨਖਾਹਦਾਰ ਨੌਕਰ ਹਨ। ਅਚਾਨਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਪਰ ਭਣ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਲਾਹੌਰ ਵਿੱਚ ਆਏ ਨੇ। ਗੁਰਸਿੱਖ ਸੰਗਤਾਂ ਨੂੰ ਬੜਾ ਚਾਅ ਅਤੇ ਉਤਸ਼ਾਹ ਹੋਇਆ। ਬਹੁਤ ਸਾਰੇ ਪ੍ਰੇਮੀ ਗੁਰਸਿੱਖ ਪਰਿਵਾਰਾਂ ਨੇ ਸਤਿਗੁਰੂ ਨੂੰ ਆਪਣੇ ਘਰ ਬੁਲਾ ਕੇ ਲੰਗਰ ਪਾਣੀ ਛਕਾਇਆ ਹੈ। ਕਈਆਂ ਨੇ ਜਲ ਪਾਣੀ ਦੀ ਸੇਵਾ ਕੀਤੀ। ਸੰਗਤਾਂ ਬਹੁਤ ਪਿਆਰ ਕਰਦੀਆਂ ਹਨ। ਭਾਈ ਸੰਮਣ ਅਤੇ ਮੂਸਣ ਦੇ ਮਨ ਦੇ ਵਿੱਚ ਵੀ ਖਿਆਲ ਆਇਆ, ਆਪਾਂ ਵੀ ਆਪਣੇ ਘਰ ਵਿੱਚ ਸਤਿਗੁਰੂ ਦੇ ਮੁਬਾਰਕ ਚਰਨ ਪਵਾਈਏ। ਅਤੇ ਇਹਨਾਂ ਨੇ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਸਮਾਂ ਦਿਓ ਸੇਵਾ ਦਾ, ਅਸੀਂ ਵੀ ਸਿੱਖ ਹਾਂ, ਅਸੀਂ ਆਪ ਜੀ ਨੂੰ ਲੰਗਰ ਛਕਾਉਣਾ ਚਾਹੁੰਦੇ ਹਾਂ। ਤਾਂ ਸਤਿਗੁਰੂ ਨੇ ਆਖਿਆ, ਭਾਈ ਇਹਨਾਂ ਨੂੰ ਸਮਾਂ ਦਿਓ। ਜਿਹੜੇ ਜ਼ਿੰਮੇਦਾਰ ਸਿੱਖ ਸਨ ਉਹਨਾਂ ਨੇ ਨੀਅਤ ਕਰ ਦਿੱਤਾ। ਉਸ ਨੀਅਤ ਦਿਨ ਦੇ ਉੱਤੇ ਇਹਨਾਂ ਨੇ ਹਲਵਾਈਆਂ ਨਾਲ ਗੱਲ ਕਰ ਲਈ, ਸੌਦਾ ਪੱਤਾ ਖਰੀਦ ਲਿਆ ਅਤੇ ਫਿਰ ਉਹ ਸ਼ਾਹੂਕਾਰ ਦੇ ਪਾਸ ਗਏ ਅਤੇ ਕਹਿਣ ਲੱਗੇ, ਸ਼ਾਹ ਜੀ ਜਿਹੜਾ ਸਾਡਾ ਬਕਾਇਆ ਧਨ ਪੂੰਜੀ ਤੁਹਾਡੇ ਕੋਲ ਹੈ ਉਹ ਸਾਨੂੰ ਦਿਓ। ਕਿਉਂ? ਅਸੀਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮੇਤ ਸਿੱਖਾਂ ਦੇ ਲੰਗਰ ਛਕਾਉਣਾ। ਉਹ ਕਹਿਣ ਲੱਗਾ, ਕੋਈ ਗੱਲ ਨਹੀਂ, ਤੁਸੀਂ ਕੱਲ੍ਹ ਨੂੰ ਆ ਕੇ ਲੈ ਜਾਇਓ। ਉਧਰ ਚੰਦੂ ਦੀਵਾਨ, ਜੋ ਪਹਿਲਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਖਾਰ ਖਾਂਦਾ ਸੀ, ਈਰਖਾ ਕਰਦਾ ਸੀ, ਉਸ ਨੂੰ ਪਤਾ ਲੱਗਿਆ। ਉਸਨੇ ਇੱਕ ਆਦਮੀ ਭੇਜਿਆ, ਖਾਸ ਆਦਮੀ। ਉਹ ਆ ਕੇ ਇੱਕ ਸ਼ਾਹੂਕਾਰ ਨੂੰ ਕਹਿਣ ਲੱਗਾ, ਤੂੰ ਇਹਨਾਂ ਨੂੰ ਮਾਇਆ ਨਹੀਂ ਦੇਣੀ। ਜਿਹੜੀ ਉਹਨਾਂ ਦੀ ਵੀ ਤਨਖਾਹ ਬਣਦੀ ਸੀ ਉਹ ਵੀ ਉਸਨੇ ਰੋਕ ਦਿੱਤੀ।
ਹੁਣ ਉਧਰ ਹਲਵਾਈ ਲੱਗੇ ਹੋਏ ਸਨ, ਉਧਾਰਾ ਸੌਦਾ ਵੀ ਖਰੀਦਿਆ ਹੋਇਆ ਸੀ। ਸੰਮਣ ਤੇ ਮੂਸਨ ਜਦੋਂ ਦੁਬਾਰਾ ਗਏ, ਸ਼ਾਹੂਕਾਰ ਨੂੰ ਕਹਿਣ ਲੱਗੇ, ਸ਼ਾਹ ਜੀ, ਸਾਡੀ ਮਾਇਆ, ਸਾਡੀ ਪੂੰਜੀ, ਸਾਡੀ ਅਮਾਨਤ ਦੇ ਦਿਓ। ਉਹ ਅੱਗੋਂ ਕਹਿਣ ਲੱਗਾ, ਹਾਲੇ ਨਹੀਂ ਮਿਲ ਸਕਦੀ। ਹੁਣ ਉਧਰ ਲੰਗਰ ਦਾ ਸਮਾਂ ਸੀ, ਸਾਰਾ ਕੁਛ ਉਧਾਰ ਸਾਜੋ ਸਾਮਾਨ ਚੁੱਕਿਆ ਹੋਇਆ ਸੀ। ਇਹਨਾਂ ਨੇ ਸੋਚਿਆ ਵੀ ਹੁਣ ਕੀ ਕਰੀਏ। ਫਿਰ ਦੋਹਾਂ ਨੇ ਸਲਾਹ ਕੀਤੀ, ਪਿਤਾ ਪੁੱਤਰ ਨੇ, ਹੁਣ ਮਾਇਆ ਤੇ ਆਪਣੀਆਂ ਹੀ ਹੈ ਅਤੇ ਆਪਾਂ ਇਉਂ ਕਰਦੇ ਹਾਂ, ਉਹ ਸ਼ਾਹੂਕਾਰ ਦੇ ਘਰ ਦੇ ਵਿੱਚ ਸੰਨ ਲਾਉਣੀ ਹੈ ਅਤੇ ਜਿੰਨੀ ਸਾਡੀ ਆਪਣੀ ਮਾਇਆ, ਕਿਉਂ ਕੋਈ ਕੰਮ ਕਰਦੇ ਸਨ, ਇਹਨਾਂ ਨੂੰ ਪੇਰਸੀ ਮਾਇਆ ਕਿੱਥੇ ਰੱਖੀ ਹੈ, ਅਤੇ ਆਪਾਂ ਆਪਣੀ ਤਨਖਾਹ ਦੀ ਜਿੰਨੀ ਮਾਇਆ ਓਨੀ ਲੈ ਕੇ ਅਤੇ ਆਪਾਂ ਗੁਰੂ ਮਹਾਰਾਜ ਨੂੰ ਲੰਗਰ ਛਕਾ ਦੇਈਏ ਅਤੇ ਬਾਕੀ ਜਿਨ੍ਹਾਂ ਤੋਂ ਸੌਦਾ ਪਤਾ ਉਧਾਰ ਚੁੱਕਿਆ ਅਤੇ ਉਹਨਾਂ ਨੂੰ ਆਪਾਂ ਮਾਇਆ ਦੇ ਕੇ ਸੁਰਖਰੂ ਹੋ ਜਾਈਏ। ਜਦੋਂ ਪਿਤਾ ਪੁੱਤਰ ਨੇ ਸਲਾਹ ਕੀਤੀ, ਰਾਤ ਦੇ ਸਮੇਂ, ਕਿਉਂਕਿ ਸਵੇਰ ਨੂੰ ਲੰਗਰ ਛਕਾਉਣਾ ਸੀ, ਰਾਤ ਨੂੰ ਸ਼ਾਹੂਕਾਰ ਦੇ ਘਰ ਗਏ, ਛੱਤ ਪਾੜ ਕੇ ਸੰਨ ਲਾਈ। ਮੂਸਨ ਆਪਣੇ ਪੁੱਤਰ ਨੂੰ ਕਹਿਣ ਲੱਗਾ, ਸੰਮਣ, ਤੂੰ ਹੇਠਾਂ ਉਤਰ, ਤੂੰ ਨੌਜਵਾਨ ਹੈ। ਰੱਸਾ ਫੜ ਕੇ ਉਸ ਨੂੰ ਹੇਠਾਂ ਉਤਾਰਿਆ ਗਿਆ ਅਤੇ ਉਸ ਨੂੰ ਕਹਿਣ ਲੱਗਾ, ਜਿੰਨੀ ਆਪਣੀ ਤਨਖਾਹ ਦੀ ਮਾਇਆ ਓਨੀ ਗਿਣ ਕੇ ਲੈ ਆ। ਅਤੇ ਉਸ ਨੇ ਓਨੀ ਮਾਇਆ ਉੱਥੋਂ ਚੁੱਕੀ ਅਤੇ ਉਹ ਕਹਿਣ ਲੱਗਾ, ਪਿਤਾ ਜੀ, ਆਪਣਾ ਕੰਮ ਬਣ ਗਿਆ, ਮੈਨੂੰ ਉੱਪਰ ਖਿੱਚ ਲਵੋ। ਅਤੇ ਜਦੋਂ ਇਸ ਗੱਲ ਦਾ ਮੂਸਨ ਜੀ ਨੂੰ ਪਤਾ ਲੱਗਿਆ, ਉਹਨਾਂ ਨੇ ਆਪਣੇ ਪੁੱਤਰ ਨੂੰ ਉੱਪਰ ਖਿੱਚਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸ਼ਾਹੂਕਾਰ ਜਾਗ ਪਿਆ। ਉਹਦੇ ਘਰੇ ਨੌਕਰ ਚਾਕਰ ਵੀ ਸਨ। ਚੋਰ ਚੋਰ ਦਾ ਰੌਲਾ ਪੈ ਗਿਆ। ਕੀ ਹੋਇਆ? ਸ਼ਾਹੂਕਾਰ ਨੇ ਹੇਠੋਂ ਆ ਕੇ ਲੱਤ ਪਕੜ ਲਈ ਅਤੇ ਉੱਪਰ ਉਸਨੇ ਰੱਸਾ ਪਕੜਿਆ ਹੋਇਆ ਸੀ। ਉਹਦਾ ਪਿਤਾ ਉੱਪਰ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਥੱਲੋਂ ਲੱਤ ਨਾ ਛੱਡੇ ਅਤੇ ਵੱਧ ਵਿਚਾਲੇ ਫਸ ਗਿਆ। ਹੁਣ ਉਸ ਦੇ ਪਿਤਾ ਨੇ ਸੋਚਿਆ, ਜੇ ਹੁਣ ਆਪਾਂ ਇੱਥੇ ਪਕੜੇ ਜਾਂਦੇ ਹਾਂ ਅਤੇ ਸਿੱਖੀ ਨੂੰ ਕਲੰਕ ਲੱਗ ਜਾਵੇਗਾ ਅਤੇ ਗੁਰੂ ਮਹਾਰਾਜ ਨੂੰ ਵੀ ਲੋਕ ਮਾੜਾ ਚੰਗਾ ਕਹਿਣਗੇ। ਹੁਣ ਦੱਸ ਕੀ ਕਰੀਏ ਪੁੱਤਰਾ, ਹੁਣ ਕਸੂਤੇ ਫਸ ਗਏ ਹਾਂ। ਉਹ ਅੱਗੋਂ ਕਹਿਣ ਲੱਗਾ, ਸੰਮਣ, ਪਿਤਾ ਜੀ, ਚਿਹਰੇ ਤੋਂ ਬੰਦੇ ਦੀ ਪਛਾਣ ਹੁੰਦੀ ਹੈ। ਤੁਸੀਂ ਇਉਂ ਕਰੋ, ਗੁਰੂ ਦੀ ਸੇਵਾ ਦੇ ਅਰਥ ਜੇ ਮੇਰਾ ਸਿਰ ਲੱਗ ਜਾਵੇ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਤੁਸੀਂ ਮੇਰਾ ਸਿਰ ਕੱਟ ਕੇ ਲੈ ਜਾਓ, ਤੜ ਇੱਥੇ ਪਿਆ ਰਵੇਗਾ। ਤੁਸੀਂ ਜਾ ਕੇ ਪ੍ਰੇਮ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਨੂੰ ਲੰਗਰ ਪਾਣੀ ਛਕਾਓ ਅਤੇ ਮੈਂ ਜੋ ਕੁਝ ਮੇਰੇ ਨਾਲ ਬੀਤੇ ਕਿ ਮੈਂ ਆਪੇ ਜਰ ਲਵਾਂਗਾ। ਉਸ ਦੇ ਪਿਤਾ ਨੇ ਉਹਦਾ ਸਿਰ ਕੱਟਿਆ ਅਤੇ ਸਿਰ ਲੈ ਕੇ ਆਪਣੇ ਘਰ ਪਹੁੰਚ ਗਿਆ ਅਤੇ ਨਾਲ ਉਹ ਮਾਇਆ, ਤਨਖਾਹ ਦੀ ਮਾਇਆ, ਉਹ ਵੀ ਨਾਲ ਲੈ ਗਿਆ। ਹੁਣ ਮੂਸਨ ਦਾ ਸਿਰ ਘਰ ਪਹੁੰਚ ਗਿਆ ਅਤੇ ਉਹਦਾ ਧੜ ਸ਼ਾਹੂਕਾਰ ਦੇ ਘਰ ਰਹਿ ਗਿਆ। ਅਤੇ ਜਦੋਂ ਰਾਤ ਦਾ ਸਮਾਂ ਸੀ, ਸ਼ਾਹੂਕਾਰ ਵੀ ਡਰ ਗਿਆ ਵੀ ਇਹ ਹੁਣ ਧੜ ਮੇਰੇ ਘਰ ਦੇ ਵਿੱਚ ਪਿਆ ਹੋਇਆ, ਜੇ ਮੌਕੇ ਦੀ ਪੁਲਿਸ ਨੂੰ, ਹਾਕਮ ਨੂੰ ਪਤਾ ਲੱਗਿਆ, ਉਹਨਾਂ ਨੇ ਮੇਰੇ ਸਿਰ ਕਤਲ ਦਾ ਕੇਸ ਪਾ ਦੇਣਾ। ਇਸ ਲਈ ਇਹਦਾ ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾਵੇ। ਮੂਸਨ ਜੀ ਨਾਲ ਇਹਦਾ ਬੜਾ ਹਿੱਤ ਵੀ ਸੀ, ਕਿਉਂਕਿ ਰੋਜ਼ ਇਮਾਨਦਾਰੀ ਦੇ ਨਾਲ ਕੰਮ ਕਰਦੇ ਸਨ। ਮਾਇਆਵੀ ਤਨਖਾਹ ਦੀ ਇਹਦੇ ਕੋਲ ਜਮ੍ਹਾਂ ਕਰਵਾਉਂਦੇ ਸਨ। ਅਤੇ ਇਹਨੇ ਮੂਸਨ ਜੀ ਨੂੰ ਸੁਨੇਹਾ ਭੇਜ ਕੇ ਰਾਤ ਨੂੰ ਬੁਲਾਇਆ। ਆ ਕੇ ਕਹਿਣ ਲੱਗਾ, ਮੂਸਨ ਜੀ, ਬਹੁਤ ਕਸੂਤਾ ਜਿਹਾ ਕੰਮ ਹੋ ਗਿਆ। ਸਾਡੇ ਘਰੇ ਕੋਈ ਬੰਦਾ ਮਾਰ ਕੇ ਧੜ ਸੁੱਟ ਗਿਆ। ਉਹਨੂੰ ਆਪਾਂ ਬਿੱਲੇ ਲਾਉਣਾ, ਉਹਨੂੰ ਖੁਰਦ ਬੁਰਦ ਕਰਨਾ। ਤੁਸੀਂ ਇਹਦੇ ਵਿੱਚ ਮੇਰੀ ਸਹਾਇਤਾ ਕਰੋ, ਕਿਸੇ ਨੂੰ ਪਤਾ ਨਾ ਲੱਗੇ। ਮੂਸਨ ਜੀ ਨੂੰ ਸਾਰੀ ਸਟੋਰੀ ਦਾ ਪਤਾ ਸੀ। ਉਹ ਕਹਿਣ ਲੱਗੇ, ਕੋਈ ਗੱਲ ਨਹੀਂ। ਉਹਨਾਂ ਨੇ ਰਾਤ ਦੇ ਹਨੇਰੇ ਵਿੱਚ ਪੁੱਤਰ ਦਾ ਧੜ ਚੁੱਕਿਆ ਅਤੇ ਆਪਣੇ ਘਰ ਲੈ ਆਏ, ਜਿੱਥੇ ਸਿਰ ਰੱਖਿਆ ਹੋਇਆ ਸੀ।
ਇੱਕ ਮੰਜਾ ਵਿਛਾਇਆ, ਉਹਦੇ ਉੱਤੇ ਧੜ ਲੰਮਾ ਪਾਇਆ ਅਤੇ ਨਾਲ ਹੀ ਸਿਰ ਜੋੜ ਦਿੱਤਾ, ਉੱਪਰ ਚਾਦਰ ਪਾ ਦਿੱਤੀ। ਧੰਨ ਸੀ ਉਹ ਗੁਰਸਿੱਖ ਜਿਸ ਨੇ ਗੁਰੂ ਦੀ ਸੇਵਾ ਲਈ ਪੁੱਤਰ ਦੀ ਜਾਨ ਕੁਰਬਾਨ ਕਰ ਦਿੱਤੀ, ਅਤੇ ਧੰਨ ਉਹਦਾ ਪੁੱਤਰ ਸੀ ਭਾਈ ਸੰਮਣ ਜਿਸ ਨੇ ਗੁਰੂ ਦੀ ਸੇਵਾ ਦੀ ਖਾਤਰ ਸਿਰ ਲੇਖੇ ਲਾ ਦਿੱਤਾ। ਹੁਣ ਜਦੋਂ ਅੰਮ੍ਰਿਤ ਵੇਲਾ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਸਮੇਤ ਲੰਗਰ ਛਕਣ ਵਾਸਤੇ ਆਏ। ਅੰਤਰਜਾਮੀ ਸਤਿਗੁਰੂ ਮੂਸਨ ਜੀ ਨੂੰ ਕਹਿਣ ਲੱਗੇ, ਸੰਮਣ ਕਿੱਥੇ ਹੈ, ਤੇਰਾ ਭੁਜੰਗੀ ਕਿੱਥੇ ਹੈ? ਉਹ ਅੱਗੋਂ ਕਹਿਣ ਲੱਗਾ, ਜੇ ਮੈਂ ਦੱਸ ਦਿੱਤਾ ਉਹ ਤਾਂ ਸਮਾਪਤ ਹੋ ਚੁੱਕਿਆ ਹੈ ਅਤੇ ਗੁਰੂ ਮਹਾਰਾਜ ਨੇ ਲੰਗਰ ਨਹੀਂ ਛਕਣਾ, ਭੁੱਖੇ ਚਲੇ ਜਾਣਗੇ, ਮੇਰੇ ਸਿਰ ਬੜਾ ਵੱਡਾ ਦੋਸ਼ ਲੱਗੇਗਾ। ਕਹਿਣ ਲੱਗਾ, ਮਹਾਰਾਜ ਉਹ ਤਾਂ ਸੁੱਤਾ ਪਿਆ ਹੈ। ਸਤਿਗੁਰੂ ਕਹਿਣ ਲੱਗੇ, ਉਸ ਨੂੰ ਜਗਾਓ, ਸਾਡੇ ਪਾਸ ਲਿਆਓ, ਫਿਰ ਅਸੀਂ ਲੰਗਰ ਛਕਾਂਗੇ। ਇੰਨੀ ਗੱਲ ਸੁਣ ਕੇ ਭਾਈ ਮੂਸਨ ਨੇ ਆਖਿਆ, ਮਹਾਰਾਜ ਉਹ ਰਾਤ ਦਾ ਬੜਾ ਥੱਕਿਆ ਹੋਇਆ ਸੀ, ਉਹਨੇ ਮੇਰੀ ਆਵਾਜ਼ ਦੇ ਨਾਲ ਨਹੀਂ ਉੱਠਣਾ, ਤੁਸੀਂ ਆਵਾਜ਼ ਮਾਰੋ, ਤੁਹਾਡੀ ਆਵਾਜ਼ ਸੁਣ ਕੇ ਜ਼ਰੂਰ ਉਹ ਆ ਜਾਵੇਗਾ। ਹੁਣ ਸਤਿਗੁਰੂ ਜਾਣਦੇ ਸਨ, ਸਿੱਖ ਦੇ ਸਬਰ ਨੂੰ, ਧੀਰਜ ਨੂੰ ਵੀ ਜਾਣਦੇ ਸਨ, ਅਤੇ ਉਸ ਵੇਲੇ ਗੁਰੂ ਮਹਾਰਾਜ ਨੇ ਆਵਾਜ਼ ਮਾਰੀ, ਭਾਈ ਸੰਮਣ ਹੇਠਾਂ ਆਓ, ਕਮਰੇ ਤੋਂ ਬਾਹਰ ਆਓ। ਭਾਈ ਸੰਮਣ ਜਿਉਂਦਾ ਹੋ ਗਿਆ। ਭਾਈ ਸੰਮਣ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਅਤੇ ਆ ਕੇ ਨਮਸਕਾਰ ਕੀਤੀ। ਸਤਿਗੁਰੂ ਕਹਿਣ ਲੱਗੇ, ਭਾਈ ਸਾਨੂੰ ਤੂੰ ਨਿਉਂਦਾ ਦੇ ਕੇ ਆਪ ਤੂੰ ਜਾ ਕੇ ਸੌਂ ਗਿਆ, ਲੰਗਰ ਕਿਹਨੇ ਛਕਾਉਣਾ ਸੀ? ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਮੈਂ ਹਾਜ਼ਰ ਹੋ ਗਿਆ। ਅਤੇ ਫਿਰ ਸੰਮਣ ਅਤੇ ਮੂਸਨ ਦੇ ਪ੍ਰੇਮ ਨੂੰ ਤੱਕ ਕੇ, ਉਹਨਾਂ ਦੇ ਵਾਰਤਾਲਾਪ ਨੂੰ ਸੁਣ ਕੇ, ਅਤੇ ਗੁਰੂ ਮਹਾਰਾਜ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਇਹ ਤਾਂ ਪ੍ਰਸੰਗ ਹੋ ਗਿਆ ਸੰਮਣ ਅਤੇ ਮੂਸਨ ਜੀ ਦਾ। ਦੂਜੇ ਜਿਹੜੇ ਦੋ ਨਾਮ ਆਏ ਨੇ, ਜਮਾਲ ਅਤੇ ਪਤੰਗ। ਭਾਈ ਪਤੰਗ ਜੀ ਉਹ ਵੀ ਗੁਰੂ ਮਹਾਰਾਜ ਦੇ ਸਿੱਖ ਸਨ, ਲਾਹੌਰ ਦੇ ਵਿੱਚ ਰਹਿੰਦੇ ਸਨ। ਮਾਇਆ ਦੇ ਲੈਣ ਦੇਣ ਦਾ ਇਹਨਾਂ ਦਾ ਬਹੁਤ ਵੱਡਾ ਕਾਰੋਬਾਰ ਸੀ। ਜਿਵੇਂ ਬੈਂਕਾਂ ਦੇ ਵਿੱਚ ਲੈਣ ਦੇਣ ਚੱਲਦਾ ਹੈ, ਇਹਨਾਂ ਨੇ ਵੀ ਆਪਣੀ ਪ੍ਰਾਈਵੇਟ ਬੈਂਕ ਖੋਲ੍ਹੀ ਹੋਈ ਸੀ। ਬਹੁਤ ਸਾਰੇ ਲੋਕ ਇਹਨਾਂ ਦੇ ਪਾਸ ਆਪਣੀ ਅਮਾਨਤ ਰੱਖ ਜਾਂਦੇ, ਜਦੋਂ ਲੋੜ ਹੁੰਦੀ ਵਾਪਸ ਲੈ ਜਾਂਦੇ। ਲੋਕਾਂ 'ਤੇ ਇਹਨਾਂ ਦਾ ਇੰਨਾ ਇਤਬਾਰ, ਇੰਨਾ ਵਿਸ਼ਵਾਸ ਬਣਿਆ ਹੋਇਆ ਸੀ। ਬਹੁਤ ਸਾਰੇ ਲੋਕ ਚੰਗੇ ਚੰਗੇ ਹੋਰ ਧਰਮਾਂ ਦੇ ਬੰਦੇ ਵੀ ਇਹਨਾਂ ਕੋਲੇ ਮਾਇਆ ਰੱਖ ਜਾਂਦੇ, ਲੋੜ ਪੈਂਦੀ ਲੈ ਜਾਂਦੇ। ਅਤੇ ਭਾਈ ਪਤੰਗ ਜੀ ਬੜੇ ਇਮਾਨਦਾਰ, ਗੁਰੂ ਦੇ ਭੈ ਅਤੇ ਭਾਉ ਵਿੱਚ ਰਹਿਣ ਵਾਲੇ, ਬੰਦਗੀ ਵਾਲੇ ਗੁਰਮੁਖ ਪਿਆਰੇ ਸਨ। ਇੱਕ ਪਠਾਨ ਜਿਸ ਦਾ ਨਾਮ ਜਮਾਲ ਜਾਂ ਜਮਾਲ ਖਾਂ ਹੋਵੇਗਾ, ਪਰ ਇੱਥੇ ਜਮਾਲ ਹੀ ਆਇਆ, ਉਹ ਲਾਹੌਰ ਵਿੱਚ ਆਇਆ। ਉਹ ਇੱਕ ਵਪਾਰੀ ਬੰਦਾ ਸੀ, ਉਹਦੇ ਕੋਲ ਸੋਨੇ ਦੀਆਂ ਮੋਹਰਾਂ ਸਨ। ਉਹਨੇ ਸੋਚਿਆ ਵੀ ਮੈਂ ਹੁਣ ਮੋਹਰਾਂ ਕਿੱਥੇ ਰੱਖਾਂ। ਜਿਵੇਂ ਲੋਕ ਬੈਂਕਾਂ ਦੇ ਵਿੱਚ ਮਾਇਆ ਕੈਸ਼ ਜਮ੍ਹਾਂ ਕਰਾਉਂਦੇ ਹਨ, ਅਤੇ ਹੁਣ ਉਹ ਵੀ ਪ੍ਰਾਈਵੇਟ ਬੈਂਕ ਸੀ। ਉਹ ਭਾਈ ਪਤੰਗ ਜੀ ਦੇ ਘਰ ਆਇਆ ਅਤੇ ਆ ਕੇ ਕਹਿਣ ਲੱਗਾ, ਭਾਈ ਸਾਹਿਬ ਜੀ ਮੇਰੇ ਕੋਲ 800 ਸੋਨੇ ਦੀਆਂ ਮੋਹਰਾਂ ਨੇ, ਤੁਸੀਂ ਇਹਨਾਂ ਨੂੰ ਸੰਭਾਲ ਕੇ ਰੱਖਣਾ, ਜਦੋਂ ਮੈਨੂੰ ਲੋੜ ਪਵੇਗੀ ਮੈਂ ਵਾਪਸ ਲੈ ਲਵਾਂਗਾ। ਭਾਈ ਪਤੰਗ ਜੀ ਕਹਿਣ ਲੱਗੇ, ਭਾਈ ਠੀਕ ਹੈ। ਅਤੇ ਉਹਨੇ 800 ਮੋਹਰ ਦੇ ਦਿੱਤੀ ਅਤੇ ਕਹਿਣ ਲੱਗੇ, ਅਸੀਂ ਇਹਨੂੰ ਆਪਣੇ ਵਹੀ ਖਾਤੇ ਵਿੱਚ ਚੜ੍ਹਾ ਲਵਾਂਗੇ। ਉਹ ਕਹਿਣ ਲੱਗਾ, ਚਲੋ ਜੀ ਤੁਸੀਂ ਜਿਵੇਂ ਮਰਜ਼ੀ ਕਰ ਲਿਓ, ਮੈਂ ਜਲਦੀ ਜਾਣਾ। ਉਹ ਕਾਹਲੀ ਕਾਹਲੀ ਵਿੱਚ ਚਲਿਆ ਗਿਆ ਅਤੇ ਭਾਈ ਪਤੰਗ ਜੀ ਵਹੀ ਖਾਤੇ 'ਤੇ ਹਿਸਾਬ ਕਿਤਾਬ ਲਿਖਣਾ ਅਤੇ ਚੜ੍ਹਾਉਣਾ ਭੁੱਲ ਗਏ। ਸਾਲ 6 ਮਹੀਨੇ ਤੋਂ ਬਾਅਦ ਉਹ ਪਠਾਨ ਆਇਆ
ਤੇ ਆ ਕੇ ਭਾਈ ਪਤੰਗ ਜੀ ਨੂੰ ਕਹਿਣ ਲੱਗਾ, ਮੈਂ ਤੁਹਾਡੇ ਕੋਲ ਅਮਾਨਤ ਰੱਖੀ ਸੀ, 800 ਸੋਨੇ ਦੀ ਮੋਹਰ ਸੀ, ਉਹ ਤੁਸੀਂ ਮੈਨੂੰ ਵਾਪਸ ਦੇ ਦਿਓ। ਭਾਈ ਸਾਹਿਬ ਕਹਿਣ ਲੱਗੇ, ਗੁਰਮੁਖਾ ਸਾਨੂੰ ਤੇ ਯਾਦ ਨਹੀਂ, ਅਸੀਂ ਵਹੀ ਖਾਤਾ ਦੇਖ ਲੈਂਦੇ ਹਾਂ। ਜਦੋਂ ਵਹੀ ਖਾਤਾ ਦੇਖਿਆ ਉਹਦੇ ਵਿੱਚ ਉਹਦਾ ਨਾਮ ਦਰਜ ਨਹੀਂ ਸੀ, ਨਾ ਹੀ ਮਾਇਆ ਬਾਰੇ ਕੋਈ ਜ਼ਿਕਰ ਸੀ। ਕਹਿਣ ਲੱਗੇ, ਗੁਰਮੁਖਾ ਵਹੀ ਖਾਤੇ ਵਿੱਚ ਤੇਰਾ ਨਾਂ ਨਹੀਂ ਬੋਲਦਾ, ਨਾ ਹੀ ਤੇਰੀ ਰਕਮ ਦਾ ਕੋਈ ਉੱਥੇ ਜ਼ਿਕਰ ਮਿਲਦਾ ਹੈ। ਹੁਣ ਦੱਸ ਅਸੀਂ ਤੈਨੂੰ 800 ਮੋਹਰ ਸੋਨੇ ਦੀ ਕਿਵੇਂ ਦੇ ਦੇਈਏ? ਉਹ ਕਹਿਣ ਲੱਗਾ, ਮੈਂ ਤੇ ਗੁਰੂ ਦਾ ਸਿੱਖ ਜਾਣ ਕੇ ਤੇਰੇ 'ਤੇ ਵਿਸ਼ਵਾਸ ਕੀਤਾ ਸੀ, 800 ਮੋਹਰ ਤੇਰੇ ਪਾਸ ਅਮਾਨਤ ਰੱਖੀ ਸੀ, ਤੂੰ ਗੁਰੂ ਦਾ ਸਿੱਖ ਹੋ ਕੇ ਝੂਠ ਬੋਲਦਾ, ਤੂੰ ਮੇਰੇ ਨਾਲ ਧੋਖਾ ਕਰ ਰਿਹਾ ਹੈ। ਅੱਗੋਂ ਭਾਈ ਜਮਾਲ ਕਹਿਣ ਲੱਗਾ, ਭਰਾਵਾ ਮੈਂ ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ, ਕਦੇ ਝੂਠ ਨਹੀਂ ਬੋਲਿਆ, ਮੈਂ ਗੁਰੂ ਦਾ ਸਿੱਖ ਹਾਂ। ਸਾਨੂੰ ਸੱਚੇ ਗੁਰੂ ਦੀ ਸਿੱਖਿਆ ਇਹ ਹੈ, ਬੋਲੀਐ ਸੱਚ ਧਰਮ ਝੂਠ ਨਹੀਂ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਐ। ਉਹ ਅੱਗੋਂ ਕਹਿਣ ਲੱਗਾ, 800 ਸੋਨੇ ਦੀ ਮੋਹਰ ਕੋਈ ਛੋਟੀ ਮੋਟੀ ਰਕਮ ਨਹੀਂ ਸੀ ਜਿਸ ਨੂੰ ਤੁਸੀਂ ਭੁੱਲ ਗਏ, ਜਾਂ ਤਾਂ ਤੁਸੀਂ ਜਾਣ ਬੁੱਝ ਕੇ ਮੇਰੇ ਨਾਲ ਠੱਗੀ ਮਾਰ ਰਹੇ ਹੋ, ਧੋਖਾ ਕਰ ਰਹੇ ਹੋ। ਚਲੋ ਹੁਣ ਹੋਰ ਤਾਂ ਮੈਂ ਕੁਝ ਨਹੀਂ ਕਰ ਸਕਦਾ, ਮੈਂ ਮੌਕੇ ਦੇ ਜਿਹੜੇ ਹਾਕਮ ਦੇ ਕੋਲ ਜਾਣਾ ਹਾਂ। ਉਸ ਹਾਕਮ ਦੇ ਕੋਲ ਚਲਿਆ ਗਿਆ ਅਤੇ ਜਾ ਕੇ ਕਹਿਣ ਲੱਗਾ, ਮਹਾਰਾਜ ਮੇਰਾ ਨਿਆਂ ਕਰੋ। ਲਾਹੌਰ ਦੇ ਵਿੱਚ ਇੱਕ ਭਾਈ ਪਤੰਗ ਨਾਮ ਦਾ ਗੁਰਸਿੱਖ ਰਹਿੰਦਾ। ਅੱਜ ਤੋਂ ਕੁਝ ਮਹੀਨੇ ਪਹਿਲਾਂ ਮੈਂ 800 ਮੋਹਰ ਸੋਨੇ ਦੀ ਉਹਦੇ ਪਾਸ ਅਮਾਨਤ ਰੱਖੀ ਸੀ। ਹੁਣ ਮੈਂ ਲੈਣ ਵਾਸਤੇ ਆਇਆ, ਪਰ ਉਸਨੇ ਮੈਨੂੰ ਜਵਾਬ ਦੇ ਦਿੱਤਾ, ਕਹਿੰਦਾ ਤੇਰਾ ਵਹੀ ਖਾਤੇ ਵਿੱਚ ਨਾਂ ਨਹੀਂ ਬੋਲਦਾ। ਹੁਣ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਉਹ ਮਾਇਆ ਮੈਨੂੰ ਕਿਵੇਂ ਮਿਲ ਸਕਦੀ ਹੈ। ਤੁਸੀਂ ਮੌਕੇ ਦੇ ਹਾਕਮ ਹੋ, ਮਾਈ ਬਾਪ ਹੋ, ਤੁਸੀਂ ਮੇਰਾ ਇਨਸਾਫ ਕਰੋ। ਹੁਣ ਉਹ ਜਿਹੜਾ ਮੌਕੇ ਦਾ ਹਾਕਮ ਸੀ, ਨਵਾਬ ਸੀ, ਉਹ ਕਹਿਣ ਲੱਗਾ, ਭਾਈ ਪਤੰਗ ਜੀ ਨੂੰ ਸੱਦੋ। ਭਾਈ ਪਤੰਗ ਜੀ ਨੂੰ ਸੱਦਿਆ। ਹੁਣ ਉਹ ਪਠਾਨ ਪਹਿਲਾਂ ਹੀ ਉੱਥੇ ਹਾਜ਼ਰ ਸੀ। ਭਾਈ ਪਤੰਗ ਜੀ ਨੂੰ ਪੁੱਛਿਆ, ਤੁਸੀਂ ਇਹਦੇ ਕੋਲੋਂ ਸੋਨੇ ਦੀ ਮੋਹਰ ਲਈ ਸੀ? ਉਹ ਕਹਿੰਦੇ ਨਹੀਂ। ਤੂੰ ਦੱਸ ਵੀ। ਕਹਿੰਦਾ ਮੈਂ 800 ਮੋਹਰ ਦੇ ਕੇ ਗਿਆ, ਇਹ ਮੁੱਕਰ ਰਹੇ ਨੇ। ਸੱਚਾ ਕੌਣ ਹੈ ਅਤੇ ਝੂਠਾ ਕੌਣ ਹੈ, ਹੁਣ ਇਹਦੀ ਪਰਖ ਕਿਵੇਂ ਹੋਵੇ? ਉਸ ਵੇਲੇ ਦਾ ਨਿਆਂ ਕੁਝ ਇਸੇ ਤਰ੍ਹਾਂ ਦਾ ਸੀ। ਮੌਕੇ ਦਾ ਹਾਕਮ ਨਵਾਬ ਕਹਿਣ ਲੱਗਾ, ਇੱਕ ਕੜਾਹੀ ਲੈ ਕੇ ਆਓ, ਉਹਦੇ ਵਿੱਚ ਸਰੋਂ ਦਾ ਤੇਲ ਪਾਓ, ਉਹਨੂੰ ਗਰਮ ਕਰੋ। ਅਤੇ ਫਿਰ ਕਹਿਣ ਲੱਗਾ ਭਾਈ ਪਤੰਗ ਜੀ ਨੂੰ, ਜੇ ਤੁਸੀਂ ਸੱਚੇ ਹੋ ਇਹਦੇ ਵਿੱਚ ਹੱਥ ਪਾਓ। ਅਤੇ ਨਾਲ ਉਸ ਪਠਾਨ ਨੂੰ ਵੀ ਆਖਿਆ, ਭਾਈ ਜੇ ਤੂੰ ਸੱਚਾ ਤੂੰ ਵੀ ਹੱਥ ਪਾ। ਜਦੋਂ ਦੋਵਾਂ ਨੇ ਤੱਤੇ ਤੇਲ ਦੇ ਵਿੱਚ ਹੱਥ ਪਾਏ, ਪਠਾਨ ਦਾ ਹੱਥ ਸੜ ਗਿਆ ਤੱਤੇ ਤੇਲ ਦੇ ਵਿੱਚ, ਅਤੇ ਭਾਈ ਜਮਾਲ ਜੀ ਦੇ ਹੱਥ ਨੂੰ ਕੁਝ ਨਹੀਂ ਹੋਇਆ। ਇਹ ਗੁਰੂ ਦੇ ਭਰੋਸੇ ਦੀ ਗੱਲ ਸੀ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਹੁਣ ਹਾਕਮ ਨੇ ਫੈਸਲਾ ਕੀਤਾ, ਭਾਈ ਪਤੰਗ ਜੀ ਤੁਸੀਂ ਸੱਚੇ ਗੁਰੂ ਦੇ ਸਿੱਖ ਹੋ, ਜੇ ਤੁਸੀਂ ਝੂਠ ਬੋਲਿਆ ਹੁੰਦਾ, ਧੋਖਾ ਕੀਤਾ ਹੁੰਦਾ, ਤੁਹਾਡਾ ਹੱਥ ਸੜਨਾ ਚਾਹੀਦਾ ਸੀ। ਪਠਾਨ ਨੂੰ ਕਹਿਣ ਲੱਗਾ, ਤੂੰ ਝੂਠਾ ਹੈ, ਤੂੰ ਬੇਈਮਾਨ ਹੈ, ਤੂੰ ਗੁਰੂ ਦੇ ਸਿੱਖ 'ਤੇ ਝੂਠਾ ਦੋਸ਼ ਲਾਇਆ ਹੈ, ਇਸ ਲਈ ਤੇਰਾ ਹੱਥ ਸੜਿਆ। ਹੁਣ ਇਹ ਜਿਹੜਾ ਪਠਾਨ ਸੀ, ਜ਼ਾਰੋ ਜ਼ਾਰ ਰੋਣ ਲੱਗਿਆ ਬਈ ਮੇਰੀ 800 ਸੋਨੇ ਦੀ ਮੋਹਰ ਵੀ ਗਈ ਅਤੇ ਮੇਰਾ ਹੱਥ ਵੀ ਸੜ ਗਿਆ। ਇਹ ਗੁਰੂ ਦੇ ਸਿੱਖ ਨੇ 800 ਮੋਹਰ ਵੀ ਮੇਰੀ ਦੱਬੀ ਅਤੇ ਇਹਨੂੰ ਕੁਝ ਨਹੀਂ ਹਾਸਲ ਹੋਇਆ, ਮੈਨੂੰ ਤਾਂ ਕੋਈ ਨਿਆਂ ਨਹੀਂ ਮਿਲਿਆ। ਚਲੋ ਜੋ ਹੁਣ ਹੋਣਾ ਸੀ ਹੋ ਗਿਆ। ਇਹ ਆਪਣੀ ਕਿਸਮਤ ਨੂੰ ਕੋਸਣ ਲੱਗਿਆ। ਹੁਣ ਭਾਈ ਪਤੰਗ ਜੀ ਜਦੋਂ ਆਪਣੇ ਘਰ ਆਏ, ਮਨ ਵਿੱਚ ਸੋਚਣ ਲੱਗੇ ਵੀ ਉਹ ਜਿਹੜਾ ਜਮਾਲ ਸੀ, ਪਠਾਨ ਸੀ, ਵਧੀਆ ਇਨਸਾਨ ਸੀ, ਵਧੀਆ ਬਿਜ਼ਨਸਮੈਨ ਸੀ। ਉਹ ਝੂਠ ਨਹੀਂ ਸੀ ਬੋਲ ਸਕਦਾ। ਜੇ ਝੂਠ ਬੋਲਣਾ ਵੀ ਸੀ ਫਿਰ ਉਹ ਹਾਕਮ ਦੇ ਕੋਲ ਨਹੀਂ ਸੀ ਜਾ ਸਕਦਾ ਨਿਆਂ ਵਾਸਤੇ,
ਸ਼ਾਇਦ ਕੋਈ ਸਾਥੋਂ ਨਾ ਗਲਤੀ ਹੋਈ ਹੋਵੇ। ਉਹਨਾਂ ਨੇ ਘਰ ਦੇ ਵਿੱਚ ਜਾ ਕੇ ਫਿਰ ਦੁਬਾਰਾ ਜਿੱਥੇ ਅਮਾਨਤਾਂ ਰੱਖੀਆਂ ਸਨ ਉਹਨਾਂ ਦੀ ਛਾਣਬੀਣ ਕੀਤੀ। ਜਦੋਂ ਬੜੀ ਬਰੀਕੀ ਦੇ ਨਾਲ ਇੱਕ ਇੱਕ ਭਾਂਡੇ ਨੂੰ, ਇੱਕ ਇੱਕ ਥਾਂ ਨੂੰ ਟੋਹ ਕੇ ਦੇਖਿਆ, ਉਹਦੀ 800 ਮੋਹਰ ਵੀ ਲੱਭ ਗਈ। ਅਤੇ ਉਸ ਵੇਲੇ ਭਾਈ ਪਤੰਗ ਜੀ ਜੋ ਸੱਚੇ ਗੁਰੂ ਦੇ ਸਿੱਖ ਸਨ ਅਤੇ ਭਾਲਦੇ ਭਾਲਦੇ ਉਸ ਪਠਾਨ ਕੋਲ ਚਲੇ ਗਏ ਅਤੇ ਜਾ ਕੇ ਕਹਿਣ ਲੱਗੇ, ਭਰਾਵਾ ਗਲਤੀ ਲਈ ਮੁਆਫ ਕਰਨਾ, ਤੇਰੀ ਅਮਾਨਤ ਮਿਲ ਗਈ ਹੈ। 800 ਸੋਨੇ ਦੀ ਮੋਹਰ ਲੈ ਕੇ ਅਸੀਂ ਤੇਰੇ ਕੋਲ ਆਏ ਹਾਂ, ਆਹ ਲੈ ਅਮਾਨਤ, ਜਿਹੜੀ ਸਾਥੋਂ ਭੁੱਲ ਚੁੱਕ ਹੋ ਗਈ ਉਹਨੂੰ ਮਾफ़ ਕਰ ਦੇ। ਜਦੋਂ ਇੰਨੀ ਗੱਲ ਸੁਣੀ ਉਹ ਪਠਾਨ ਖੁਸ਼ ਵੀ ਹੋਇਆ ਅਤੇ ਬੜਾ ਹੈਰਾਨ ਅਤੇ ਪਰੇਸ਼ਾਨ ਵੀ ਹੋਇਆ। ਉਹਨੂੰ ਕਹਿਣ ਲੱਗਾ, ਤੂੰ ਮੈਨੂੰ ਇਹ ਦੱਸ ਤੇਰਾ ਗੁਰੂ ਕੌਣ ਹੈ, ਤੇਰਾ ਮੁਰਸ਼ਦ ਕੌਣ ਹੈ? ਉਹ ਕਹਿੰਦਾ, ਮੇਰੇ ਮੁਰਸ਼ਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ। ਕਹਿਣ ਲੱਗਾ, ਤੂੰ ਝੂਠਾ ਸੀ, ਤੇਰਾ ਹੱਥ ਨਹੀਂ ਉਹਨਾਂ ਨੇ ਸੜਨ ਦਿੱਤਾ ਅਤੇ ਮੈਂ ਸੱਚਾ ਸੀ, ਮੇਰਾ ਹੱਥ ਕਿਉਂ ਸੜਿਆ? ਉਹ ਅੱਗੋਂ ਕਹਿਣ ਲੱਗਾ, ਇਹਦਾ ਜਵਾਬ ਮੈਂ ਨਹੀਂ ਦੇ ਸਕਦਾ, ਤੂੰ ਮੇਰੇ ਸਤਿਗੁਰੂ ਕੋਲ ਚੱਲ। ਭਾਈ ਪਤੰਗ ਜੀ ਜਮਾਲ ਨੂੰ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਹਾਜ਼ਰ ਹੋਏ। ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਦੀ ਸੇਵਾ ਕਰਵਾ ਰਹੇ ਸਨ। ਜਦੋਂ ਦੋਹਾਂ ਨੇ ਜਾ ਕੇ ਚਰਨਾਂ 'ਤੇ ਮੱਥਾ ਟੇਕਿਆ, ਭਾਈ ਪਤੰਗ ਜੀ ਨੂੰ ਸਤਿਗੁਰੂ ਪੁੱਛਣ ਲੱਗੇ, ਭਾਈ ਇਹ ਕੌਣ ਹੈ? ਉਹ ਕਹਿਣ ਲੱਗਾ, ਮਹਾਰਾਜ ਇਹ ਇੱਕ ਪਠਾਨ ਹੈ, ਕਾਰੋਬਾਰੀ ਹੈ, ਬਿਜ਼ਨਸਮੈਨ ਹੈ। ਇਹਦਾ ਇੱਕ ਸਵਾਲ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਵਾਸਤੇ ਆਏ ਹੈ। ਹਜ਼ੂਰ ਕਹਿਣ ਲੱਗੇ, ਭਾਈ ਦੱਸ ਕੀ ਗੱਲ ਹੈ? ਕਹਿੰਦਾ, ਮਹਾਰਾਜ ਇਹ ਤੁਹਾਡਾ ਸਿੱਖ ਹੈ ਭਾਈ ਪਤੰਗ, ਇਹਨੂੰ ਮੈਂ ਅਮਾਨਤ ਦਿੱਤੀ ਸੀ 800 ਸੋਨੇ ਦੀ ਮੋਹਰ, ਇਹ ਭੁੱਲ ਗਿਆ। ਜਦੋਂ ਤੇਲ ਦੇ ਕੜਾਹੇ ਵਿੱਚ ਹੱਥ ਪਾਇਆ, ਮੇਰਾ ਹੱਥ ਸੜ ਗਿਆ ਅਤੇ ਇਹਦਾ ਹੱਥ ਕਿਉਂ ਨਹੀਂ ਸੜਿਆ? ਇਹਦਾ ਜਵਾਬ ਮੈਨੂੰ ਚਾਹੀਦਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਪਤੰਗ ਜੀ ਨੇ ਜਾਣ ਬੁੱਝ ਕੇ ਧੋਖਾ ਨਹੀਂ ਸੀ ਕੀਤਾ, ਉਹ ਆਪਣੇ ਦਿਲੋਂ ਸੱਚੇ ਸਨ ਅਤੇ ਉਹਨਾਂ ਨੂੰ ਚੇਤਾ ਹੀ ਭੁੱਲ ਗਿਆ। ਉਹਨਾਂ ਨੇ ਜਾਣ ਕੇ ਬੇਈਮਾਨੀ ਨਹੀਂ ਕੀਤੀ, ਕੋਈ ਅਮਾਨਤ ਵਿੱਚ ਖਿਆਨਤ ਨਹੀਂ ਕੀਤੀ, ਅਤੇ ਤੂੰ ਕਿਸੇ ਗੁਰੂ ਪੀਰ ਦਾ ਨਹੀਂ ਸੀ ਬਣਿਆ, ਇਸ ਕਰਕੇ ਤੇਰਾ ਹੱਥ ਸੜਿਆ। ਅੱਗੋਂ ਫਿਰ ਕਹਿਣ ਲੱਗਾ, ਮਹਾਰਾਜ ਮੈਂ ਇਹਨਾਂ ਪੀਰਾਂ ਫਕੀਰਾਂ ਤੋਂ ਕੀ ਲੈਣਾ ਜਿਹੜੇ ਕਿਸੇ ਦੀ ਸਹਾਇਤਾ ਨਹੀਂ ਕਰ ਸਕਦੇ, ਮੈਂ ਤਾਂ ਤੁਹਾਡਾ ਹੀ ਸਿੱਖ ਬਣਨਾ ਚਾਹੁੰਦਾ। ਅਤੇ ਸਤਿਗੁਰੂ ਕਹਿਣ ਲੱਗੇ, ਭਾਈ ਤੇਰੀ ਮਰਜ਼ੀ ਹੈ। ਉਹਨੇ ਉਹ 800 ਮੋਹਰ ਸੋਨੇ ਦੀ ਗੁਰੂ ਮਹਾਰਾਜ ਨੂੰ ਭੇਟ ਕਰ ਦਿੱਤੀ। ਕਹਿਣ ਲੱਗਾ, ਮਹਾਰਾਜ ਆਹ ਲਓ ਮੇਰੀ ਭੇਟਾ, ਤੁਸੀਂ ਮੈਨੂੰ ਆਪਣਾ ਸਿੱਖ ਬਣਾਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਤੇਰੀ ਮਾਇਆ 800 ਸੋਨੇ ਦੀ ਮੋਹਰ ਅਸੀਂ ਨਹੀਂ ਲਵਾਂਗੇ, ਕਿਉਂ? ਇਹ ਤੇਰੀ ਅਮਾਨਤ ਹੈ, ਇਹਨੂੰ ਤੂੰ ਰੱਖ, ਜਿੱਥੇ ਲੋੜ ਹੈ ਉੱਥੇ ਤੂੰ ਵਰਤ ਲਵੀਂ। ਇਹ ਅੱਗੋਂ ਕਹਿਣ ਲੱਗਾ, ਨਹੀਂ ਮਹਾਰਾਜ ਮੈਂ ਇਹ ਹੁਣ ਗੁਰੂ ਘਰ ਦੀ ਭੇਟਾ ਕਰ ਦਿੱਤੀ ਹੈ, ਤੁਸੀਂ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ ਲਾ ਦਿਓ, ਹੋਰ ਸੇਵਾ ਦੇ ਵਿੱਚ ਲਾ ਦਿਓ, ਮੈਂ ਹੁਣ ਇਸ ਨੂੰ ਘਰ ਨਹੀਂ ਲੈ ਕੇ ਜਾਵਾਂਗਾ। ਮੈਂ ਅੱਜ ਤੋਂ ਤੁਹਾਡਾ ਸਿੱਖ ਹਾਂ, ਤੁਹਾਡਾ ਮੁਰੀਦ ਹਾਂ, ਇਸ ਲਈ ਮੇਰਾ ਫਰਜ਼ ਹੈ ਭੇਟਾ ਕਰਨੀ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਣ ਮੈਂ ਤਨ ਵੀ ਮਨ ਵੀ ਧਨ ਵੀ ਸਾਰਾ ਤੁਹਾਨੂੰ ਅਰਪਣ ਕਰ ਦਿੱਤਾ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਸ ਨੂੰ ਸਿੱਖੀ ਬਖਸ਼ੀ, ਨਿਹਾਲ ਕੀਤਾ। ਇਉਂ ਇਹ 4 ਸਿੱਖਾਂ ਦੀ ਬਾਣੀ ਹੈ, ਚੌ ਬੋਲੇ। ਹੁਣ ਇਸ ਚੌ ਬੋਲੇ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਰੰਭ ਦੇ ਵਿੱਚ ਮੰਗਲਾਚਰਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਅਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਪਹਿਲਾਂ ਸੰਮਨ ਨੂੰ ਸੰਬੋਧਨ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਧਰੇ ਉਸ ਨੂੰ ਆਪਣੀ ਸੇਵਾ ਦਾ, ਕੁਰਬਾਨੀ ਦਾ ਹੰਕਾਰ ਨਾ ਪੈਦਾ ਹੋ ਜਾਵੇ ਅਤੇ ਉਹਨੂੰ ਉਪਦੇਸ਼ ਦਿੰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ
ਇਸ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੰਮਨ ਜੋ ਇਸ ਪ੍ਰੇਮ ਕੀ, ਦਾਮ ਕਿਹੋ ਹੋਤੀ ਸਾਟ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਸੰਮਨ ਜੀ, ਇਹ ਜਿਹੜਾ ਪ੍ਰੇਮ ਹੈ ਨਾ, ਕੁਰਬਾਨੀ ਮੰਗਦਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿਸੇ ਹੋਰ ਕਵੀ ਨੇ ਵੀ ਲਿਖਿਆ ਹੈ, ਪ੍ਰੇਮ ਨਾ ਬਾੜੀ ਉਪਜਦਾ, ਪ੍ਰੇਮ ਨਾ ਹਾਟ ਬਿਕਾਏ। ਰਾਣਾ ਰਾਜਾ ਜੋਚ ਹੈ, ਸਿਰ ਦੀਜੈ ਪ੍ਰੇਮ ਲੈ ਜਾਏ। ਕੁਰਬਾਨੀ ਪ੍ਰੇਮ ਦੇ ਵਿੱਚੋਂ ਜਨਮ ਲੈਂਦੀ ਹੈ। ਤੂੰ ਗੁਰੂ ਦੇ ਪਿਆਰ ਦੇ ਵਿੱਚ ਸਿਰ ਕਟਵਾਇਆ ਹੈ, ਇਹ ਤੇਰੀ ਬਹੁਤ ਵੱਡੀ ਕੁਰਬਾਨੀ ਹੈ। ਸੰਮਣ ਜੋ ਇਸ ਪ੍ਰੇਮ ਕੀ, ਹਜ਼ੂਰ ਕਹਿੰਦੇ ਸੰਮਣ ਜੀ ਇਸ ਪ੍ਰੇਮ ਦੀ ਦਮ ਕੇ ਹੋਤੀ ਸਾਟ। ਸਾਟ ਦਾ ਅਰਥ ਹੁੰਦਾ ਸੱਟਾ, ਭਾਵ ਕੀਮਤ। ਜੇ ਦਮੜੇ ਹੀ ਮਾਇਆ ਹੀ ਵੀ ਇਸ ਦੀ ਕੀਮਤ ਹੁੰਦੀ ਤੇ ਫਿਰ ਤੇ ਕੋਈ ਵੀ ਦੇ ਸਕਦਾ ਸੀ। ਇੱਕ ਸ਼ਾਹੂਕਾਰ ਭਗਤ ਕਬੀਰ ਜੀ ਪਾਸ ਆਇਆ, ਕਹਿਣ ਲੱਗਾ, ਭਗਤ ਜੀ ਤੁਹਾਡੀ ਬੜੀ ਮਹਿਮਾ ਹੋ ਰਹੀ ਹੈ, ਮੇਰੇ ਕੋਲੇ ਇੰਨੀ ਮਾਇਆ ਹੈ, ਮਾਇਆ ਦੇ ਅੰਬਾਰ ਨੇ, ਮੇਰੀ ਵਡਿਆਈ ਨਹੀਂ ਹੋ ਰਹੀ। ਤਾਂ ਭਗਤ ਜੀ ਕਹਿਣ ਲੱਗੇ, ਭਾਈ ਇਹ ਨਾਮ ਦੀ ਮਹਿਮਾ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਕਹਿਣ ਲੱਗਾ, ਫਿਰ ਉਹ ਨਾਮ ਮੈਨੂੰ ਵੀ ਦੇ ਦਿਓ। ਕਹਿੰਦੇ, ਭੇਟਾ ਕੀ ਦੇਵੇਂਗਾ? ਉਹ ਸੋਨੇ ਦੀਆਂ ਮੋਹਰਾਂ ਦਾ ਥਾਲ ਭਰ ਕੇ ਲੈ ਆਇਆ। ਕਹਿੰਦਾ, ਆਹ ਲਓ ਭੇਟਾ ਸੋਨੇ ਦੀਆਂ ਦੀਨਾਰਾਂ, ਤੁਸੀਂ ਮੈਨੂੰ ਨਾਮ ਦੇ ਦਿਓ। ਭਗਤ ਜੀ ਨੇ ਬੜੇ ਵੈਰਾਗ ਤੇ ਪ੍ਰੇਮ ਦੇ ਵਿੱਚ ਉਸ ਵੇਲੇ ਜਵਾਬ ਦਿੱਤਾ, ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਭਾਈ ਇਹ ਪਰਮੇਸ਼ਰ ਦਾ ਨਾਮ ਸੋਨੇ ਦੇ ਬਦਲੇ ਨਹੀਂ ਮਿਲਦਾ, ਮਨ ਦੇਣਾ ਪੈਂਦਾ, ਜਾਨ ਦੇਣੀ ਪੈਂਦੀ ਹੈ, ਪ੍ਰਾਣ ਦੇਣੇ ਪੈਂਦੇ ਨੇ, ਫਿਰ ਇਹ ਦਾਤ ਪ੍ਰਾਪਤ ਹੁੰਦੀ ਹੈ। ਇਸੇ ਲਈ ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਸੰਮਣ ਜੀ ਜਿਸ ਪ੍ਰੇਮ ਦੀ ਸਾਟ ਦਾ ਅਰਥ ਹੈ ਕੀਮਤ, ਦਮ ਕਿਹੋ ਹੋਤੀ, ਦਮੜੇ ਹੀ ਹੁੰਦੀ। ਮਾਇਆ ਦੇ ਬਦਲੇ, ਸੋਨੇ ਚਾਂਦੀ ਦੇ ਬਦਲੇ ਜੇ ਇਹ ਪ੍ਰੇਮ ਪ੍ਰਾਪਤ ਹੋ ਜਾਂਦਾ। ਰਾਵਨ ਹੁਤੇ ਸੋ ਰੰਕ ਨਹਿ, ਜਿਨ ਸਿਰ ਦੀਨੇ ਕਾਟ। ਰਾਵਣ ਦਾ ਨਾਂ ਤੂੰ ਸੁਣਿਆ ਹੈ, ਜਿਸ ਦੇ ਬਾਰੇ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਲੰਕਾ ਗੜ੍ਹ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਰਾਵਣ ਦੇ ਪਾਸ ਸੋਨੇ ਦਾ ਕਿਲਾ ਸੀ। ਰਾਵਣ ਹੋਤੇ ਸੋ ਰੰਕ ਨੇ, ਰਾਵਣ ਵਰਗੇ ਕੋਈ ਕੰਗਾਲ ਤੇ ਨਹੀਂ ਸਨ, ਗਰੀਬ ਤੇ ਨਹੀਂ ਸਨ। ਪਰ ਜਦੋਂ ਰਾਵਣ ਨੇ ਭਗਤੀ ਕੀਤੀ ਨਾ, ਸ਼ਿਵ ਜੀ ਦਾ ਉਪਾਸ਼ਕ ਸੀ, ਇਹਨੇ ਸ਼ਿਵ ਜੀ ਦੀ ਭਗਤੀ ਕੀਤੀ ਤੇ ਫਿਰ ਉਹਨੂੰ 10 ਵਾਰੀ ਆਪਣਾ ਸਿਰ ਕੱਟ ਕੇ ਭੇਟ ਕੀਤਾ ਸੀ। ਇਹਦਾ ਮਤਲਬ ਇਹ ਹੈ, ਪ੍ਰੇਮ ਕੁਰਬਾਨੀ ਮੰਗਦਾ। ਪ੍ਰੇਮ ਦੀ ਕੀਮਤ ਸਿਰ ਹੈ, ਸਿਰ ਦੇਣਾ ਪੈਂਦਾ ਹੈ। ਇਸ ਲਈ ਮਾਇਆ ਦੇ ਬਦਲੇ ਇਹ ਪ੍ਰੇਮ ਨਹੀਂ ਮਿਲ ਸਕਦਾ। ਲਓ, ਸਤਿਗੁਰੂ ਕਹਿੰਦੇ, ਰਾਵਣ ਵਰਗੇ ਕੋਈ ਗਰੀਬ ਤਾਂ ਨਹੀਂ ਸਨ, ਜਿਨ੍ਹਾਂ ਨੇ ਸਿਰ ਕੱਟ ਕੇ ਸ਼ਿਵ ਜੀ ਨੂੰ ਭੇਟਾ ਕੀਤੇ, 10 ਸਿਰ ਭੇਟਾ ਕੀਤੇ। ਫਿਰ 10 ਸਿਰ ਇਹਦਾ ਨਾਮ ਬਣਿਆ ਅਤੇ ਸ਼ਿਵ ਜੀ ਨੇ 10 ਸਿਰ ਇਸ ਨੂੰ ਦਿੱਤੇ। ਇਹਦੇ ਬਾਰੇ ਅਜੋਕੇ ਸਮੇਂ ਵਿੱਚ ਇਹ ਵਿਚਾਰ ਵੀ ਵਿਦਵਾਨ ਸੱਜਣ ਬਿਆਨ ਕਰਦੇ ਨੇ, ਜਿਵੇਂ ਕਿ ਪੁਰਾਣੇ ਇਤਿਹਾਸ ਵਿੱਚ ਲਿਖਿਆ ਹੋਵੇ, ਰਾਵਣ ਦੇ 10 ਸਿਰ ਸਨ। ਇਸ ਤਰ੍ਹਾਂ ਦੇ 10 ਸਿਰ ਨਹੀਂ ਸਨ ਜਿਵੇਂ ਸਾਡਾ ਸਿਰ ਹੈ। ਹਾਂ, ਉਹਦੇ 10 ਸਿਰਾਂ ਜਿੰਨਾ ਦਿਮਾਗ ਸੀ, ਸਿਰ ਵਿੱਚ ਦਿਮਾਗ ਹੁੰਦਾ ਨਾ, 10 ਬੰਦਿਆਂ ਜਿੰਨਾ ਉਹਦਾ ਦਿਮਾਗ ਸੀ। ਜਦੋਂ ਆਪਾਂ ਰਾਵਣ ਦਾ ਇਤਿਹਾਸ ਪੜ੍ਹਦੇ ਹਾਂ, ਰਾਵਣ ਏਡਾ ਵਿਦਵਾਨ ਸੀ, ਇਸ ਨੇ ਵੇਦਾਂ ਦਾ ਟੀਕਾ ਵੀ ਕੀਤਾ ਸੀ ਰਾਵਣ ਨੇ। ਠੀਕ ਹੈ, ਇਤਿਹਾਸ ਦੇ ਵਿੱਚ ਇਹਨੂੰ ਰਾਕਸ਼ਸ ਦਾ ਨਾਮ ਦਿੱਤਾ ਗਿਆ, ਗੁਰਬਾਣੀ ਵਿੱਚ ਮੂਰਖ ਦਾ ਦਰਜਾ ਦਿੱਤਾ ਗਿਆ, ਮੂਰਖ ਰਾਵਣ ਕਿਆ ਲੈ ਗਿਆ।
ਪਰ ਜਦੋਂ ਆਪਾਂ ਇਹਦੀ ਕੁਰਬਾਨੀ ਵੱਲ ਤੱਕਦੇ ਹਾਂ, 10 ਵਾਰੀ ਸਿਰ ਭੇਟਾ ਕੀਤੇ, ਸ਼ਿਵ ਜੀ ਫਿਰ ਜੋੜ ਦੇਵੇ, ਇਹ ਫਿਰ ਕੱਟ ਕੇ ਦੇ ਦੇਵੇ। ਜਿਸ ਨੇ 10 ਵਾਰੀ ਸਿਰ ਕੱਟ ਕੇ ਦਿੱਤੇ ਤੇ ਭਾਈ ਉਹਦੀ ਕੋਈ ਕੁਰਬਾਨੀ ਥੋੜ੍ਹੀ ਨਹੀਂ ਸੀ। ਇੱਕ ਵਾਰੀ ਸਿਰ ਕਟਾਉਣਾ ਕਾਫੀ ਹੁੰਦਾ ਹੈ, ਇੱਕ ਵਾਰੀ ਸਿਰ ਦੇਣਾ ਵੀ ਕੋਈ ਸੌਖਾ ਨਹੀਂ ਹੁੰਦਾ। ਪਰ ਜਿਸ ਨੇ 10 ਵਾਰੀ ਸਿਰ ਕੱਟ ਕੇ ਭੇਟਾ ਕੀਤੇ, ਉਹ ਕੋਈ ਕੰਗਾਲ ਤੇ ਨਹੀਂ ਹੋ ਸਕਦਾ। ਪ੍ਰੀਤ ਪ੍ਰੇਮ ਤਨ ਖਚ ਰਹਿਆ, ਬੀਚ ਨਾ ਰਾਈ ਹੋਤ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਭਾਈ ਸੰਮਣ ਜੀ, ਪ੍ਰੀਤ ਪ੍ਰੇਮ ਤਨ ਖਚ ਰਿਹਾ। ਜਿਸ ਦਾ ਤਨ ਸਰੀਰ ਦੇ ਵਿੱਚ ਹੀ ਮਨ ਹੈ, ਜਿਸ ਦਾ ਤਨ ਵਾਹਿਗੁਰੂ ਦੀ ਪ੍ਰੀਤੀ ਤੇ ਪ੍ਰੇਮ ਦੇ ਵਿੱਚ ਖਚ ਰਿਹਾ, ਖਚਤ ਹੋ ਰਿਹਾ ਹੈ, ਮਗਨ ਹੋ ਰਿਹਾ ਹੈ, ਬੀਚ ਨਾ ਰਾਈ ਹੋਤ, ਫਿਰ ਉਹਨਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਰਾਈ ਜਿੰਨਾ ਵੀ, ਕੋਈ ਬੀਚ ਦਾ ਅਰਥ ਹੈ ਗੈਪ, ਕੋਈ ਫਰਕ ਨਹੀਂ ਰਹਿ ਜਾਂਦਾ। ਬੀਚ ਦਾ ਅਰਥ ਹੁੰਦਾ ਵਿੱਥ, ਗੈਪ, ਕੋਈ ਫਰਕ ਹੋਣਾ, ਦੂਰੀ ਹੋਣੀ। ਪ੍ਰੀਤ ਪ੍ਰੇਮ ਤਨ ਖਚ ਰਹਿਆ। ਜਦੋਂ ਕਿਸੇ ਦਾ ਤਨ ਉਸ ਵਾਹਿਗੁਰੂ ਦੀ ਭਗਤੀ ਦੇ ਪ੍ਰੇਮ ਦੇ ਵਿੱਚ ਤੇ ਬਾਣੀ ਦੀ ਪ੍ਰੀਤ ਵਿੱਚ ਰੰਗਿਆ ਹੋਵੇ, ਫਿਰ ਰਾਈ ਜਿੰਨਾ ਵੀ ਕਦੇ ਉਹਦਾ ਫਰਕ ਨਹੀਂ ਹੁੰਦਾ, ਭਾਵ ਉਹ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਚਾਰਨ ਕਮਲ ਮਨ ਬੇਦਿਓ, ਬੂਝਨ ਸੁਰਤ ਸੰਜੋਗ। ਲੋ, ਜਿਸ ਦੇ ਮਨ ਦੇ ਵਿੱਚ ਪ੍ਰੇਮ ਹੁੰਦਾ ਨਾ, ਸੱਚਾ ਪ੍ਰੇਮ, ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਚਰਨ ਕਮਲ ਮਨ ਬੇਦਿਓ, ਉਸ ਦਾ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਵਿੰਨਿਆ ਜਾਂਦਾ ਹੈ। ਬੂਝਨ ਸੁਰਤ ਸੰਜੋਗ, ਵੀ ਜਿਨ੍ਹਾਂ ਦੀ ਸੁਰਤ ਸੰਜੋਗ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ, ਉਹ ਇਸ ਭੇਤ ਨੂੰ ਸਮਝ ਸਕਦੇ ਨੇ। ਸੁਰਤ ਸ਼ਬਦ ਭਵ ਸਾਗਰ ਤਰੀਆ, ਨਾਨਕ ਨਾਮ ਵਖਾਣੇ। ਆਮ ਸਾਧਾਰਨ ਬੰਦਿਆਂ ਨੂੰ ਇਸ ਦੇ ਬਾਰੇ ਕੀ ਪਤਾ ਲੱਗ ਸਕਦਾ ਹੈ ਵੀ ਉਸ ਵਾਹਿਗੁਰੂ ਦੇ ਨਾਲ ਕਿਵੇਂ ਮਿਲਾਪ ਹੁੰਦਾ ਹੈ, ਕਿਵੇਂ ਉਸ ਦੇ ਨਾਲ ਜੁੜਿਆ ਜਾਂਦਾ ਹੈ। ਅਤੇ ਜਿਨ੍ਹਾਂ ਦੀ ਸੁਰਤ ਦਾ ਸੰਜੋਗ ਸ਼ਬਦ ਨਾਲ ਜੁੜ ਜਾਂਦਾ ਹੈ, ਅਤੇ ਫਿਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ। ਸਾਗਰ ਮੇਰ ਉਦਿਆਨ ਬਨ, ਨਵਖੰਡ ਬਸਦਾ ਭਰਮ। ਲੋ, ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਸੰਮਣ ਜੀ, ਜੇ ਕੋਈ ਇਹ ਗੱਲ ਆਖ ਦੇਵੇ ਵੀ ਆਹ ਜਿਹੜੇ 7 ਸਮੁੰਦਰ ਪਾਰ ਕਰਕੇ ਆਓ, ਮੇਰ ਜਿਹੜੇ ਉੱਚੇ ਉੱਚੇ ਪਹਾੜ ਨੇ, ਅਤੇ ਇਹਨਾਂ ਨੂੰ ਸਰ ਕਰਕੇ ਆਓ, ਉਦਿਆਨ ਜਿਹੜੀਆਂ ਉਜਾੜ ਬੀਆਬਾਨ ਅਸਥਾਨ ਨੇ, ਉਹਨਾਂ ਨੂੰ ਲੰਘ ਕੇ ਆਓ, ਬਨ ਜੰਗਲਾਂ ਦੇ ਵਿੱਚ ਭਟਕ ਭਟਕ ਕੇ, ਨਵਖੰਡ ਬਸਦਾ ਭਰਮ, 9 ਖੰਡਾਂ ਦੇ ਵਿੱਚ ਸਾਰੀ ਧਰਤੀ 'ਤੇ ਚੱਕਰ ਲਾ ਕੇ ਆਓ। ਮੂਸਨ ਪ੍ਰੇਮ ਪਰਮ ਕੈ, ਗਨੋ ਏਕ ਕਰ ਕਰਮ। ਲੋ, ਹੁਣ ਅੱਗੇ ਭਾਈ ਮੂਸਨ ਜੀ ਨੂੰ ਸੰਬੋਧਨ ਕਰਕੇ ਆਖਦੇ ਨੇ, ਮੂਸਨ ਪ੍ਰੇਮ ਪਰਮ ਕੈ। ਭਾਈ ਮੂਸਨ ਜੀ, ਉਸ ਪਿਆਰੇ ਪ੍ਰਭੂ ਦੇ ਪ੍ਰੇਮ ਦੇ ਵਿੱਚ ਅਸੀਂ 7 ਸਮੁੰਦਰਾਂ ਦੀ ਯਾਤਰਾ ਵੀ, ਬੜੇ ਬੜੇ ਉੱਚੇ ਪਹਾੜਾਂ ਦੀਆਂ ਚੋਟੀਆਂ ਦੀ ਯਾਤਰਾ ਵੀ, ਉਜਾੜ ਤੇ ਜੰਗਲ, 9 ਖੰਡ ਤੇ ਸਾਰੀ ਧਰਤੀ ਦਾ ਭਰਮਣ ਕਰਨਾ, ਇੱਕੋ ਕਰਮ, ਇੱਕੋ ਕਦਮ ਸਮਝ ਕੇ ਅਸੀਂ ਇਸ ਨੂੰ ਕਰਨ ਲਈ ਏਡੀ ਲੰਬੀ ਯਾਤਰਾ ਕਰਨ ਨੂੰ ਤਿਆਰ ਹਾਂ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਆਦਮੀ ਨੂੰ ਚਾਹੇ ਕਿੰਨੀ ਲੰਬੀ ਯਾਤਰਾ ਕਰਨੀ ਪੈ ਜਾਵੇ, ਕਿੰਨੀ ਖੇਚਲ ਤੇ ਕਸ਼ਟ ਵੀ ਸਹਾਰਨਾ ਪਵੇ, ਪਰ ਉਹ ਪ੍ਰਵਾਹ ਨਹੀਂ ਕਰਦਾ। ਮੂਸਨ ਮਸਕਰ ਪ੍ਰੇਮ ਕੀ, ਰਹੀ ਜੋ ਅੰਬਰ ਛਾਏ। ਲੋ, ਹੁਣ ਕਵੀ ਜੀ ਫਿਰ ਭਾਈ ਮੂਸਨ ਜੀ ਨੂੰ, ਗੁਰੂ ਕਵੀ ਜੀ ਫਰਮਾਉਂਦੇ ਨੇ, ਮੂਸਨ ਮਸਕਰ ਪ੍ਰੇਮ ਕੀ। ਭਾਈ ਮੂਸਨ ਜੀ, ਮਸਕਰ ਪ੍ਰੇਮ ਕੀ, ਜਿਹੜੀ ਪ੍ਰੇਮ ਦੀ ਮਸਕਰ ਦਾ ਅਰਥ ਹੈ ਸਿਆਹੀ, ਕਾਈ, ਕਾਲਸ ਸਾਡੇ ਮਨ ਨੂੰ ਲੱਗੀ ਹੋਈ ਹੈ। ਇਸ ਨੂੰ ਪ੍ਰੇਮ ਦੇ ਮਸਕੱਲੇ ਦੇ ਨਾਲ, ਪ੍ਰੇਮ ਦੀ ਸਾਣ ਦੇ ਨਾਲ ਇਸ ਨੂੰ ਲਾਹ ਦੇਣਾ ਚਾਹੀਦਾ। ਮਸਕਰ ਦਾ ਅਰਥ ਹੁੰਦਾ ਸਿਆਹੀ, ਕਾਲਸ, ਕਾਈ। ਮਸਕਰ ਪ੍ਰੇਮ ਕੀ, ਜਿਹੜੀ ਇਹ ਮੋਹ ਮਾਇਆ ਦੀ ਕਾਈ ਸਾਡੇ ਮਨ ਨੂੰ ਲੱਗੀ ਹੋਈ ਹੈ, ਉਹਨੂੰ ਪ੍ਰੇਮ ਦੇ ਮਸਕੱਲੇ ਦੇ ਨਾਲ, ਪ੍ਰੇਮ ਦੀ ਸਾਣ 'ਤੇ ਚੜ੍ਹਾ ਕੇ ਸਾਫ਼ ਕਰ ਦੇਣਾ ਚਾਹੀਦਾ ਹੈ। ਰਹੀ ਜੋ ਅੰਬਰ ਛਾਏ,
ਜਿਹੜੀ ਪਾਪਾਂ ਦੀ ਮਾਇਆ ਦੀ ਸਿਆਹੀ ਸਾਡੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਛਾਏ ਦਾ ਅਰਥ ਹੈ ਛਾ ਰਹੀ ਹੈ। ਸਾਡੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਜਿਹੜੀ ਉਹ ਕਾਈ ਭਰੀ ਹੋਈ ਹੈ, ਛਾਏ ਦਾ ਅਰਥ ਭਰੀ ਹੋਣਾ ਵੀ ਹੈ, ਵੀ ਉਹਨੂੰ ਲਾਹ ਦੇਣਾ ਚਾਹੀਦਾ ਪ੍ਰੇਮ ਦੀ ਸਾਣ ਦੇ ਨਾਲ। ਦੂਸਰਾ ਇਹਦਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ, ਮੂਸਨ ਮਸਕਰ ਪ੍ਰੇਮ ਕੀ। ਮਸਕਰ ਦਾ ਅਰਥ ਹੈ ਚੰਦਰਮਾ ਦੀ ਚਾਨਣੀ। ਇਹ ਜਿਹੜੀ ਵਾਹਿਗੁਰੂ ਦੇ ਪ੍ਰੇਮ ਦੇ ਚੰਦਰਮਾ ਦੀ ਚਾਨਣੀ ਹੈ, ਰਹੀ ਜੋ ਅੰਬਰ ਛਾਏ, ਇਹ ਉਹ ਗੁਰਮੁਖਾਂ ਦੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਹਮੇਸ਼ਾ ਲਈ ਛਾਈ ਹੋ ਰਹਿੰਦੀ ਹੈ। ਜਿਵੇਂ ਪੁੰਨਿਆਂ ਦੀ ਰਾਤ ਨੂੰ ਆਕਾਸ਼ ਦੇ ਵਿੱਚ ਚੰਦਰਮਾ ਚੜ੍ਹਿਆ ਹੁੰਦਾ, ਉਹਦੀ ਚਾਨਣੀ ਸਾਰੇ ਆਕਾਸ਼ ਦੇ ਵਿੱਚ ਫੈਲੀ ਹੁੰਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਪ੍ਰੇਮ ਰੂਪੀ ਚੰਦਰਮਾ ਦੀ ਮਸ਼ਕਰ ਦਾ ਅਰਥ ਹੈ ਚਾਂਦਨੀ, ਰੋਸ਼ਨੀ। ਉਹਨਾਂ ਗੁਰਮੁਖਾਂ ਦੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਛਾਏ ਦਾ ਅਰਥ ਉਹ ਛਾਈ ਰਹਿੰਦੀ ਹੈ, ਫੈਲੀ ਰਹਿੰਦੀ ਹੈ, ਪਸਰ ਰਹੀ ਹੁੰਦੀ ਹੈ। ਬੀਦੇ ਬਾਂਦੇ ਕਮਲ ਮਹਿ ਭਵਰ ਰਹੇ ਲਪਟਾਏ। ਵੇਖ ਲਓ ਜਿਹੜੇ ਭੌਰੇ ਨੇ ਉਸ ਕਮਲ ਦੇ ਪ੍ਰੇਮ ਦੇ ਵਿੱਚ ਵਿੰਨੇ ਹੋਏ ਤੇ ਕਮਲ ਦੇ ਫੁੱਲ ਵਿੱਚ ਬੰਨ੍ਹਦੇ ਬੱਝੇ ਹੋਏ। ਭਵਰ ਰਹੇ ਲਪਟਾਏ ਭੌਰੇ ਫਿਰ ਵੀ ਉਸ ਕਮਲ ਦੇ ਨਾਲੋਂ ਪ੍ਰੀਤੀ ਨੂੰ ਤੋੜਦੇ ਨਹੀਂ, ਭਾਵੇਂ ਉਸ ਦੇ ਵਿੱਚ ਵਿੰਨੇ ਵੀ ਜਾਣ ਤੇ ਬੰਨੇ ਵੀ ਜਾਣ, ਉਹ ਭੌਰੇ ਹਮੇਸ਼ਾ ਲਈ ਉਹਦੇ ਨਾਲ ਹੀ ਲਪਟੇ ਰਹਿੰਦੇ ਨੇ। ਇਸੇ ਤਰ੍ਹਾਂ ਜਿਹੜੇ ਸੱਚੇ ਪ੍ਰੇਮੀ ਹੁੰਦੇ ਨੇ, ਭਾਵੇਂ ਉਹਨਾਂ ਦੇ ਸਰੀਰ ਨੂੰ ਕਸ਼ਟ ਵੀ ਮਿਲੇ, ਕੋਈ ਦੁੱਖ ਵੀ ਝੱਲਣਾ ਪਵੇ, ਉਹ ਝੱਲਣ ਨੂੰ ਤਿਆਰ ਹੁੰਦੇ ਨੇ, ਪਰ ਉਹ ਵਾਹਿਗੁਰੂ ਦੇ ਨਾਲੋਂ ਆਪਣੀ ਪ੍ਰੀਤੀ ਨੂੰ ਤੋੜਦੇ ਨਹੀਂ ਹਨ। ਜਾਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰ ਗਰਬ। ਮਸਕਰ ਦਾ ਅਰਥ ਮਹਾਂਪੁਰਖਾਂ ਨੇ ਇੱਕ ਹੋਰ ਵੀ ਕੀਤਾ ਹੈ, ਮੂਸਨ ਮਸਕਰ ਪ੍ਰੇਮ ਕੀ। ਮਸਕਰ ਦਾ ਅਰਥ ਹੈ ਮਹਿਕ, ਜਿਹੜੀ ਪ੍ਰੇਮ ਦੀ ਸੁਗੰਧੀ ਹੈ, ਪ੍ਰੇਮ ਦੀ ਮਹਿਕ ਹੈ, ਰਹੀ ਜੋ ਅੰਬਰ ਛਾਏ, ਗੁਰਮੁਖਾਂ ਦੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਉਸ ਪ੍ਰੇਮ ਦੀ ਜਿਹੜੀ ਸੁਗੰਧੀ ਹੈ, ਮਹਿਕ ਹੈ, ਉਹ ਪਸਰ ਰਹੀ ਹੈ। ਅਤੇ ਜਿਹੜੇ ਗੁਰਮੁਖਾਂ ਦੇ ਮਨ ਰੂਪੀ ਭੌਰੇ ਨੇ, ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਉਹਦੇ ਪ੍ਰੇਮ ਦੇ ਵਿੱਚ ਵਿੰਨੇ ਰਹਿੰਦੇ ਨੇ ਅਤੇ ਉਸ ਪ੍ਰੇਮ ਦੇ ਡੱਬੇ ਵਿੱਚ ਬੰਨ੍ਹੇ ਜਾਂਦੇ ਨੇ, ਪਰ ਉੱਥੇ ਹੀ ਲਪਟੇ ਰਹਿੰਦੇ ਨੇ, ਉੱਥੇ ਹੀ ਚਿੰਬੜੇ ਰਹਿੰਦੇ ਨੇ। ਭਾਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਕਦੇ ਆਪਣਾ ਪ੍ਰੇਮ ਤੋੜਦੇ ਨਹੀਂ ਹਨ। ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰ ਗਰਬ। ਲੋਕ ਕਹਿੰਦੇ ਨੇ ਵਾਹਿਗੁਰੂ ਦੇ ਪ੍ਰੇਮ ਤੋਂ ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ। ਜਪ, ਜਿਹੜਾ ਅਸੀਂ ਕੋਈ ਕਿਸੇ ਮੰਤਰ ਦਾ ਜਾਪ ਕਰਦੇ ਹਾਂ, ਕਈ 21 ਦਿਨ ਦੇ, ਕਈ 40 ਦਿਨ ਦੇ ਜਾਪ ਕਰਦੇ ਹਨ। ਅਤੇ ਤਪ 3 ਪ੍ਰਕਾਰ ਦੇ ਨੇ, ਰਾਜਸੀ, ਤਾਮਸੀ, ਸਾਂਤਕੀ ਭੇਦ ਕਰਕੇ ਉਹ ਵੀ, ਅਤੇ ਸੰਜਮ ਜਿਹੜੇ ਵਰਤ ਨੇਮ ਨੇ, ਹਰਖ ਸੰਸਾਰਕ ਖੁਸ਼ੀਆਂ ਅਤੇ ਸੁੱਖ, ਜਿੰਨੇ ਵੀ ਲੋਕ ਅਤੇ ਪ੍ਰਲੋਕ ਦੇ ਸੁੱਖ ਨੇ, ਮਾਨ, ਆਦਰ, ਸਨਮਾਨ, ਮਹੱਤਵ ਭਾਵ ਹੈ ਮਹੱਤਤਾ, ਮਹਾਨਤਾ, ਗੌਰਵਤਾ, ਸਤਿਕਾਰ ਅਤੇ ਗਰਵ। ਗਰਵ ਦਾ ਅਰਥ ਹੈ ਜਿਹੜਾ ਹੰਕਾਰ ਹੈ, ਜਾਂ ਗਰਵ ਦਾ ਅਰਥ ਗੌਰਵਤਾ ਵੀ ਕੀਤਾ, ਵਡਿਆਈ। ਮਹੱਤ ਦਾ ਅਰਥ ਹੋ ਗਿਆ ਰੁਤਬਾ, ਅਤੇ ਗਰਵ ਦਾ ਅਰਥ ਕੀਤਾ ਵਡਿਆਈ। ਇਹ ਜਿਹੜੀਆਂ ਚੀਜ਼ਾਂ ਨੇ ਸੰਸਾਰ ਦੇ ਵਿੱਚ ਬਹੁਤ ਉਤੋਂ ਮੰਨੀਆਂ ਨੇ। ਜਪ ਕਰਨਾ, ਤਪ ਕਰਨਾ, ਸੰਜਮ ਰੱਖਣਾ, ਖੁਸ਼ੀ, ਸੁੱਖ, ਮਾਨ, ਸਨਮਾਨ, ਮਹੱਤ, ਮੁਰਾਤਬੇ, ਅਤੇ ਗਰਵ ਜਿਹੜਾ ਹੰਕਾਰ ਅਤੇ ਜਾਂ ਜਿਹੜੀ ਗੌਰਵਤਾ ਹੈ। ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦੇਉ ਸਰਬ। ਮੂਸਨ ਜੀ ਕਹਿੰਦੇ ਨੇ, ਅਥਵਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਮੂਸਨ ਜੀ, ਨਿਮਖਕ ਪ੍ਰੇਮ ਪਰ, ਵੀ ਉਸ ਵਾਹਿਗੁਰੂ ਦੇ ਪ੍ਰੇਮ ਤੋਂ ਇੱਕ ਨਿਮਖ ਮਾਤਰ, ਪਲ ਮਾਤਰ ਹੀ, ਵਾਰ ਵਾਰ ਦਿਓ ਸਰਬ। ਅਸੀਂ ਸਭ ਜਪ ਤਪ ਸਾਧਨ ਬਾਰ ਬਾਰ ਉਸ ਨੂੰ ਕੁਰਬਾਨ ਕਰ ਦਈਏ। ਜੇ ਸਾਨੂੰ ਵਾਹਿਗੁਰੂ ਦਾ ਪ੍ਰੇਮ ਪ੍ਰਾਪਤ ਹੋ ਜਾਵੇ, ਉਸ ਪ੍ਰੇਮ ਤੋਂ ਜਾਪ ਤਪ ਸੰਜਮ, ਖੁਸ਼ੀਆਂ, ਸੁੱਖ, ਮਾਨ, ਰੁਤਬੇ ਅਤੇ ਗਰਵ
ਸਾਰਾ ਕੁਝ ਕੁਰਬਾਨ ਕਰ ਦਈਏ। ਮੂਸਨ ਮਰਮ ਨਾ ਜਾਣਈ, ਮਰਤ ਹਿਰਤ ਸੰਸਾਰ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਅਸਲੀ ਵਾਹਿਗੁਰੂ ਦੇ ਸੱਚੇ ਪ੍ਰੇਮ ਦਾ ਮਰਮ ਭੇਤ ਹੈ, ਤਾਤ ਪਰਜ ਹੈ, ਉਹਦਾ ਰਹੱਸ ਹੈ, ਉਹਨੂੰ ਕੋਈ ਨਹੀਂ ਜਾਣ ਸਕਦਾ। ਮਰਤ ਹਿਰਤ ਸੰਸਾਰ, ਅਸੀਂ ਸਾਰੇ ਸੰਸਾਰ ਨੂੰ ਮਰਦਾ ਵੇਖਦੇ ਹਾਂ। ਸਾਰਾ ਸੰਸਾਰ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਪਰ ਅਸਲੀ ਸੱਚੇ ਪ੍ਰੇਮ ਤੋਂ ਇਹ ਸਾਰੇ ਵਾਂਝੇ ਹਨ। ਪ੍ਰੇਮ ਪਿਰਮ ਨਾ ਬੇਦਿਓ, ਉਰਜਿਓ ਮਿਥ ਵਿਵਹਾਰ। ਦੇਖ ਲਓ ਇਹ ਜਿਹੜਾ ਸੰਸਾਰ ਹੈ, ਪ੍ਰੇਮ ਪ੍ਰਮ ਨਾ ਬੇਦਿਓ, ਉਸ ਪਿਆਰੇ ਪ੍ਰਭੂ ਦੇ ਪ੍ਰੇਮ ਦੇ ਵਿੱਚ ਵਿਨਿਆ ਨਹੀਂ ਜਾਂਦਾ। ਔਰ ਜੋ ਮਿੱਥ ਵਿਵਹਾਰ, ਜਿਹੜੇ ਝੂਠੇ ਵਿਵਹਾਰ ਕੰਮ ਧੰਦੇ ਨੇ, ਉਹਨਾਂ ਦੇ ਵਿੱਚ ਹੀ ਫਸਿਆ ਹੋਇਆ। ਇਹ ਸੰਸਾਰ ਦੀ ਹਾਲਤ ਹੈ। ਇਹ ਉਸ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਮਗਨ ਨਹੀਂ ਹੁੰਦੇ। ਦੁਨੀਆ ਦੇ ਲੋਕ ਝੂਠੇ ਕਾਰਾਂ ਵਿਹਾਰਾਂ ਦੇ ਵਿੱਚ ਹੀ ਫਸੇ ਰਹਿੰਦੇ ਹਨ। ਘਬ ਦਬ ਜਬ ਜਾਰੀਐ, ਬਿਸ਼ਰਤ ਪ੍ਰੇਮ ਬਿਹਾਲ। ਲੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਕਿਸੇ ਪ੍ਰੇਮੀ ਦੇ, ਸੱਚੇ ਆਸ਼ਿਕ ਦੇ ਘਰ ਨੂੰ ਕੋਈ ਤਬਾਹ ਕਰ ਦੇਵੇ, ਅੱਗ ਲਾ ਦੇਵੇ, ਉਹ ਉਸ ਨੂੰ ਵੀ ਬਰਦਾਸ਼ਤ ਕਰ ਲਵੇਗਾ। ਦਬ ਦਰਬ ਧਾਨੂੰ ਕਹਿੰਦੇ ਨੇ, ਜੇ ਉਸ ਦੇ ਧਾਨੂੰ ਕੋਈ ਅੱਗ ਲਾ ਦੇਵੇ, ਉਹਨੂੰ ਵੀ ਜਰ ਲਵੇਗਾ। ਕੱਬ ਦਾ ਅਰਥ ਹੈ ਘਰ, ਦਬ ਦਾ ਅਰਥ ਹੈ ਧਨ। ਕੱਬ ਦਬ ਜਬ ਜਾਰੀ ਹੈ, ਜਦੋਂ ਕਿਸੇ ਪ੍ਰੇਮੀ ਦੇ ਘਰ ਨੂੰ ਜਾਂ ਉਸ ਦੇ ਧਨ ਨੂੰ ਕੋਈ ਸਾੜ ਦੇਵੇ, ਇਸ ਦੁੱਖ ਨੂੰ ਉਹ ਬਰਦਾਸ਼ਤ ਕਰ ਲੈਂਦੇ ਨੇ। ਬਿਸ਼ਰਤ ਪ੍ਰੇਮ ਬੇਹਾਲ, ਪਰ ਜਦੋਂ ਪ੍ਰੇਮ ਤੋਂ ਵਿਛੜਦੇ ਨੇ ਫਿਰ ਹਾਲੋਂ ਬੇਹਾਲ ਹੋ ਜਾਂਦੇ ਨੇ। ਆਪਣੇ ਪਿਆਰੇ ਦਾ ਵਿਛੋੜਾ ਨਹੀਂ ਉਹਨਾਂ ਦੇ ਕੋਲੋਂ ਝੱਲਿਆ ਜਾਂਦਾ। ਚਾਹੇ ਘਰ-ਬਾਰ, ਧਨ ਦੌਲਤ ਸਾਰਾ ਕੁਝ ਤਬਾਹ ਹੋ ਜਾਵੇ, ਪਰ ਉਹ ਵਾਹਿਗੁਰੂ ਦੇ ਪ੍ਰੇਮ ਤੋਂ ਸਭ ਕੁਝ ਕੁਰਬਾਨ ਕਰ ਦਿੰਦੇ ਹਨ। ਮੂਸਨ ਤਬ ਹੀ ਮੂਸੀਐ, ਬਿਸਰਤ ਪੁਰਖ ਦਿਆਲ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਮੂਸਨ ਜੀ ਤਬ ਹੀ ਮੂਸੀ ਹੈ, ਉਸ ਵੇਲੇ ਆਦਮੀ ਲੁੱਟਿਆ ਜਾਂਦਾ ਹੈ। ਕਦੋਂ? ਬਿਸਰਤ ਪੁਰਖ ਦਿਆਲ, ਜਦੋਂ ਦਇਆ ਦਾ ਘਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਨੂੰ ਭੁੱਲ ਜਾਵੇ, ਉਸ ਦਿਨ ਸਾਡਾ ਸਭ ਕੁਝ ਲੁੱਟਿਆ ਜਾਂਦਾ ਹੈ। ਅਤੇ ਜੇ ਵਾਹਿਗੁਰੂ ਦੇ ਪ੍ਰੇਮ ਤੋਂ ਘਰ ਵੀ, ਧਨ ਵੀ, ਸਭ ਕੁਝ ਕੁਰਬਾਨ ਕਰ ਦਈਏ ਤਾਂ ਸਮਝ ਲਓ ਕੋਈ ਸਾਡਾ ਨੁਕਸਾਨ ਨਹੀਂ ਹੋਇਆ। ਪਰ ਜਦੋਂ ਵਾਹਿਗੁਰੂ ਭੁੱਲ ਜਾਵੇ ਤਾਂ ਸਮਝ ਲਓ ਸਾਡਾ ਸਭ ਕੁਝ ਲੁੱਟਿਆ ਗਿਆ ਹੈ। ਜਾ ਕੋ ਪ੍ਰੇਮ ਸੁਆਓ ਹੈ, ਚਰਨ ਚਿਤਵ ਮਨ ਮਾਹੇ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਨ੍ਹਾਂ ਦੇ ਸੁਆਓ ਦਾ ਅਰਥ ਹੈ ਜ਼ਿੰਦਗੀ ਦਾ ਨਿਸ਼ਾਨਾ, ਜ਼ਿੰਦਗੀ ਦਾ ਲਕਸ਼, ਸਾਡੇ ਜੀਵਨ ਦਾ ਉਦੇਸ਼ ਕੇਵਲ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਹੈ। ਭਾਵ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਿਹੜੇ ਉਸ ਤੋਂ ਬਿਨਾਂ ਨਹੀਂ ਰਹਿ ਸਕਦੇ। ਜਿਉ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੈ, ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਵਿਦਿਆ ਸਨਮੁਖ ਉਠ ਧਾਵੈ, ਪਵਰ ਲੋਭੀ ਕੁਸੁਮ ਬਾਸ ਕਾ ਮਿਲ ਆਪ ਬੰਧਾਵੈ, ਤੇ ਸੰਤ ਜਨਾ ਹਰ ਪ੍ਰੀਤੈ ਦੇਖ ਦਰਸ ਅਗਾਵੈ। ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੁੰਦਾ ਹੈ, ਜਿਨ੍ਹਾਂ ਦੇ ਜੀਵਨ ਦਾ ਮਨੋਰਥ ਹੀ ਹੈ ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ, ਚਰਨ ਚਿਤ ਮਨ ਮਾਹੇ, ਉਹ ਆਪਣੇ ਮਨ ਵਿੱਚ ਹਰ ਵੇਲੇ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਚਿਤਵਦੇ ਰਹਿੰਦੇ ਹਨ। ਨਾਨਕ ਬਿਰਹੀ ਬ੍ਰਹਮ ਕੇ, ਆਨ ਨਾ ਕਤਹੂ ਜਾਹੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਬ੍ਰਹਮ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਿਰਹੀ ਦਾ ਅਰਥ ਹੈ ਪ੍ਰੇਮੀ ਨੇ, ਜਿਹੜੇ ਉਸ ਵਾਹਿਗੁਰੂ ਦੇ ਸੱਚੇ ਆਸ਼ਕ ਨੇ, ਆਨ ਨਾ ਕਤਹੂ ਜਾਏ, ਉਹ ਉਸ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਧਰੇ ਪਾਸੇ ਨਹੀਂ ਜਾਂਦੇ। ਕਿਉਂਕਿ ਦੁਨੀਆ ਗਊ ਪਨਾਵੇ ਜਿਉਂ ਪਾਵੇਂ ਅੱਲੇ, ਹੁਣ ਦੁਨੀਆ ਦੀ ਹਾਲਤ ਇਹੋ ਜਿਹੀ ਹੈ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਹਿਡਵਸ ਬਾਬੇ ਨਾਨਕ ਦੀ। ਜਿੱਥੋਂ ਮਤਲਬ ਪੂਰਾ ਹੁੰਦਾ ਉੱਥੋਂ ਕਰ ਲੈਣਾ ਚਾਹੀਦਾ। ਦੁਨੀਆ ਦੀ ਐਸੀ ਭੇਡ ਚਾਲ ਹੈ। ਪਰ ਜਿਹੜੇ ਅਸਲੀ ਗੁਰੂ ਦੇ ਸਿੱਖ ਨੇ, ਸੱਚੇ ਵਾਹਿਗੁਰੂ ਦੇ ਪਿਆਰੇ ਨੇ, ਉਸ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਕਿਧਰੇ ਨਹੀਂ ਜਾਂਦੇ। ਕਲਗੀਧਰ ਪਾਤਸ਼ਾਹ ਨੇ ਵੀ ਸਾਨੂੰ ਇਹੀ ਸਿੱਖਿਆ ਬਖਸ਼ੀ ਹੈ ਨਾ, ਮੈਂ ਨਾ ਗਣੇਸ਼ਾ ਹੈ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਨ ਸੁਣੀ ਪਹਿਚਾਨ ਨਾ 300 ਲਿਵ ਲਾਗੀ ਮੋਰੀ ਪੱਗ ਇਨ ਸੋ।
ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂ ਆਂਖ ਤੇਰੇ ਨਹੀਂ ਆਨਿਓ। ਜਦੋਂ ਵਾਹਿਗੁਰੂ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਜਿਹੜੇ ਅਸਲੀ ਸੱਚੇ ਪ੍ਰੇਮੀ ਨੇ ਜਾਂ ਗੁਰੂ ਦੇ ਸਿੱਖ ਨੇ, ਉਹ ਗੁਰੂ ਨੂੰ ਛੱਡ ਕੇ, ਰੱਬ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੇ। ਲਖ ਘਾਟੀ ਊਚੋ ਕਨੋ ਚੰਚਲ ਚੀਤ ਬਿਹਾਲ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਵੇਖ ਲਓ ਜਿਹੜਾ ਭੌਰਾ ਹੈ, ਲੱਖ ਘਾਟੀ, ਲੱਖਾਂ ਪਹਾੜ ਦੀਆਂ ਘਾਟੀਆਂ ਤੇ ਉੱਚੀਆਂ ਚੋਟੀਆਂ ਤੇ ਉਹ ਵਿਚਰਦਾ ਹੈ, ਉਡਾਰੀਆਂ ਮਾਰਦਾ ਹੈ। ਲੱਖ ਘਾਟੀ ਉੱਚੋ ਕਣੋ, ਜਿਹੜੀਆਂ ਲੱਖਾਂ ਘਾਟੀਆਂ ਨੇ ਤੇ ਬਹੁਤ ਉੱਚੇ ਉੱਚੇ ਪਹਾੜ ਨੇ, ਉਹਨਾਂ ਦੀਆਂ ਚੋਟੀਆਂ ਦੇ ਉੱਤੇ ਭੌਰਾ ਜਿਹੜਾ ਹੈ ਉਹ ਉਡਾਰੀਆਂ ਮਾਰਦਾ, ਮੰਡਰਾਉਂਦਾ ਹੈ। ਚੰਚਲ ਚੀਤ ਬੇਹਾਲ, ਪਰ ਉਹਦਾ ਜਿਹੜਾ ਚਿੱਤ ਚੰਚਲ ਹੈ ਤੇ ਹਾਲੋਂ ਬੇਹਾਲ ਰਹਿੰਦੇ। ਇਹਦਾ ਮਤਲਬ ਇਹ ਹੈ, ਜਿਹੜਾ ਸੱਚਾ ਭੌਰਾ ਹੁੰਦਾ ਹੈ, ਸੱਚਾ ਪ੍ਰੇਮੀ ਹੁੰਦਾ ਹੈ, ਤੇ ਉਹਨੂੰ ਚਾਹੇ ਕਿੰਨੀ ਵੀ ਯਾਤਰਾ ਕਰਨੀ ਪਵੇ, ਕਿੰਨੀ ਵੀ ਖੇਚਲ ਸਹਾਰਨੀ ਪਵੇ, ਉਹ ਸਹਾਰਨ ਨੂੰ ਤਿਆਰ ਹੈ। ਪਰ ਦੂਜੇ ਪਾਸੇ ਉਹ ਵਾਹਿਗੁਰੂ ਦੇ ਪ੍ਰੇਮ ਦੇ ਵਿਛੋੜੇ ਨੂੰ ਨਹੀਂ ਚੱਲ ਸਕਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭੌਰੇ ਦਾ ਦ੍ਰਿਸ਼ਟਾਂਤ ਦਿੰਦੇ ਨੇ, ਜਿਵੇਂ ਭੌਰਾ ਲੱਖਾਂ ਘਾਟੀਆਂ ਤੇ ਬਹੁਤ ਉੱਚਾ ਉਡਾਰੀਆਂ ਮਾਰਦਾ ਹੈ, ਉਹਦਾ ਚਿੱਤ ਚੰਚਲ ਰਹਿੰਦਾ ਹੈ ਤੇ ਹਾਲੋਂ ਬੇਹਾਲ ਰਹਿੰਦਾ ਹੈ। ਨੀਚ ਕੀਚ ਨਿਮਰਤ ਘਨੀ ਕਰਨੀ ਕਮਲ ਜਮਾਲ। ਫਿਰ ਉਹ ਜਿਹੜਾ ਭੌਰਾ ਹੈ, ਲੱਖਾਂ ਘਾਟੀਆਂ ਤੇ ਪਹਾੜਾਂ ਦੀਆਂ ਚੋਟੀਆਂ ਤੇ ਭਾਵੇਂ ਉਡਾਰੀਆਂ ਮਾਰਦਾ, ਪਰ ਉਹਨੂੰ ਉੱਥੋਂ ਉਹ ਸਕੂਨ ਨਹੀਂ ਮਿਲਦਾ। ਸਕੂਨ ਕਿੱਥੋਂ ਮਿਲਦਾ ਹੈ? ਸਕੂਨ ਮਿਲਦਾ ਕਮਲ ਦੇ ਫੁੱਲ ਤੋਂ। ਜਦੋਂ ਭੌਰਾ ਕਮਲ ਦੇ ਫੁੱਲ ਕੋਲੇ ਆ ਜਾਂਦਾ ਹੈ, ਜਮਾਲ ਜਿਹੜੀ ਉਹਦੀ ਕੋਮਲ ਸੁੰਦਰਤਾ ਹੈ, ਉਸ ਤੋਂ ਇੰਨਾ ਪ੍ਰਭਾਵਿਤ ਹੁੰਦਾ ਹੈ ਤੇ ਫਿਰ ਭੌਰਾ ਉਸ ਫੁੱਲ ਦੇ ਵਿੱਚ ਹੀ ਕੈਦ ਹੋ ਜਾਂਦਾ। ਨੀਚ ਕੀਤ ਨਿਮਰਤ ਕਨੀ, ਉਸ ਕਮਲ ਦੀ ਫੁੱਲ ਦੀ ਕਰਨੀ ਕਮਾਲ ਦੀ ਹੁੰਦੀ ਹੈ। ਨੀਚ ਕੀਤ ਜਿਹੜਾ ਨੀਵਾਂ ਚਿੱਕੜ ਹੁੰਦਾ, ਕਿਉਂਕਿ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ ਨਾ, ਪਾਣੀ ਦੇ ਹੇਠਾਂ ਚਿੱਕੜ ਹੁੰਦਾ, ਗਾਰ ਹੁੰਦੀ ਹੈ, ਦਲਦਲ ਹੁੰਦੀ ਹੈ। ਨੀਚ ਕੀਚ ਨਿਮਰਤ ਕਣੀ, ਵੀ ਜਿਹੜਾ ਨੀਵਾਂ ਤੇ ਕੀਚ ਦਾ ਅਰਥ ਹੈ ਨੀਵੇਂ ਥਾਂ ਚਿੱਕੜ ਹੁੰਦਾ ਹੈ, ਤੇ ਨਿਮਰਤ ਕਣੀ ਉਹਦੇ ਵਿੱਚ ਬੜੀ ਨਿਮਰਤਾ ਹੁੰਦੀ ਹੈ, ਬੜੀ ਹਲੀਮੀ ਹੁੰਦੀ ਹੈ। ਕਿਉਂ? ਕਮਲ ਦੇ ਫੁੱਲ ਦੀਆਂ ਜੜ੍ਹਾਂ ਉਸ ਚਿੱਕੜ ਦੇ ਵਿੱਚ ਹੁੰਦੀਆਂ ਨੇ। ਇਹ ਕਮਲ ਦੀ ਹਲੀਮੀ ਹੈ, ਉਸ ਨੀਵੇਂ ਚਿੱਕੜ ਦੇ ਵਿੱਚ ਉਸ ਦੀਆਂ ਜੜ੍ਹਾਂ ਖੁੱਬੀਆਂ ਹੁੰਦੀਆਂ ਨੇ, ਗੱਡੀਆਂ ਹੁੰਦੀਆਂ ਨੇ। ਨੀਚ ਕੀਚ ਨਿਮਰਤ ਕਣੀ ਕਰਨੀ ਕਮਲ ਜਮਾਲੇ, ਕਮਲ ਦੇ ਫੁੱਲ ਦੀ ਕਰਨੀ ਬਹੁਤ ਸ੍ਰੇਸ਼ਟ ਹੈ, ਬੜੀ ਉੱਤਮ ਹੈ, ਕਿਉਂਕਿ ਉਹ ਭੌਰਾ ਉਸ ਕਮਲ ਦੇ ਫੁੱਲ 'ਤੇ ਆ ਕੇ ਬੈਠਦਾ ਤੇ ਉਹਨੂੰ ਸਕੂਨ ਮਿਲ ਜਾਂਦਾ ਹੈ। ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ ਵੀ ਉਹ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਸਰੂਪ ਕਿਹੋ ਜਿਹਾ ਹੈ। ਕਮਲ ਨੈਣ, ਉਸ ਦੇ ਕਮਲ ਵਰਗੇ ਸੁੰਦਰ ਨੇਤਰ ਨੇ। ਅੰਜਨ ਸਿਆਮ, ਉਹਦੇ ਨੇਤਰਾਂ ਵਿੱਚ ਕਾਲਾ ਸੁਰਮਾ ਪਾਇਆ ਹੋਇਆ। ਚੰਦਰ ਬਦਨ, ਉਹਦਾ ਮੁਖ ਚੰਦਰਮਾ ਵਾਂਗੂ ਬੜਾ ਸੁੰਦਰ ਹੈ। ਤੇ ਚਿੱਤ ਚਾਰ, ਚਿੱਤ ਨੂੰ ਚੁਰਾਉਂਦਾ ਹੈ, ਅਥਵਾ ਚਿੱਤ ਚਾਰ, ਉਹਦਾ ਚਿੱਤ ਵੀ ਚਾਰ ਬਹੁਤ ਸੋਹਣਾ ਤੇ ਬੜਾ ਸੁੰਦਰ ਹੈ। ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ। ਮੂਸਨ ਜੀ ਫਰਮਾਉਂਦੇ ਨੇ, ਮਗਨ ਮਰਮ ਸਿਉ, ਵੀ ਦੇਖ ਲਓ ਜਿਹੜਾ ਪ੍ਰੇਮੀ ਹੈ, ਮੂਸਨ ਮਗਨ ਮਰਮ ਸਿਉ, ਉਹ ਉਸ ਵਾਹਿਗੁਰੂ ਦੇ ਮਾਰੋਂ ਭੇਦ ਦੇ ਵਿੱਚ ਮਗਨ ਹੋਇਆ ਰਹਿੰਦਾ, ਭਾਵ ਉਸ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਮਸਤ ਹੋਇਆ ਰਹਿੰਦਾ ਹੈ। ਖੰਡ ਖੰਡ ਕਰ ਹਾਰ, ਉਹ ਆਪਣੇ ਹਾਰ ਸ਼ਿੰਗਾਰ ਨੂੰ ਵੀ ਟੁਕੜੇ ਟੁਕੜੇ ਕਰਕੇ ਉਸ ਤੋਂ ਕੁਰਬਾਨ ਕਰ ਦਿੰਦੇ, ਭਾਵ ਵਾਹਿਗੁਰੂ ਦੇ ਪ੍ਰੇਮ ਤੋਂ ਜਦੋਂ ਸਰਗੁਣ ਸਰੂਪ ਦੇ ਵਿੱਚ ਉਸ ਨੂੰ ਦਰਸ਼ਨ ਹੁੰਦੇ ਨੇ, ਉਹ ਸਭ ਕੁਝ ਆਪਣਾ ਨਿਸ਼ਾਵਰ ਕਰ ਦਿੰਦੇ। ਦੂਜਾ ਅੰਤਰੀਵ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਕਮਲ ਤੋਂ ਭਾਵ ਹੈ ਜਿਹੜਾ ਪ੍ਰਕਾਸ਼ਮੈ ਰੂਪ ਹੈ, ਨੈਣ ਤੋਂ ਭਾਵ ਹੈ ਦ੍ਰਿਸ਼ਟਾ ਰੂਪ ਹੈ, ਅੰਜਨ ਤੋਂ ਭਾਵ ਹੈ ਗਿਆਨ ਦਾ ਸੁਰਮਾ ਜਿਸ ਦੇ ਕੋਲੋਂ ਪ੍ਰਾਪਤ ਹੁੰਦਾ, ਸਿਆਮ ਮਾਇਆ ਸਬਲ, ਚੰਦਰਮਾ ਵਾਂਗੂ ਸ਼ਾਂਤ, ਬਦਨ ਜਿਸ ਦਾ ਚਿਹਰਾ ਹੈ
ਤੇ ਚਿੱਤ ਚਾਰ ਜਿਹੜਾ ਚਿੱਤ ਨੂੰ ਚਲਾਉਂਦਾ ਹੈ ਅਥਵਾ ਚੇਤਨ ਸਰੂਪ ਤੇ ਚਾਰ ਸੁੰਦਰ ਹੈ। ਮੂਸਨ ਮਗਨ ਮਰਾਮ ਸਿਉ। ਮੂਸਨ ਜੀ ਫਰਮਾਉਂਦੇ ਨੇ, ਭਾਈ ਜਿਸ ਦਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਮਰਮ ਭੇਤ ਵਿੱਚ ਪ੍ਰੇਮ ਦੇ ਵਿੱਚ ਮਗਨ ਹੁੰਦਾ ਹੈ, ਖੰਡ ਖੰਡ ਕਰ ਹਾਰ, ਉਹ ਆਪਣੇ ਹਾਰ ਨੂੰ ਵੀ, ਸਿਮਰਨ ਦੇ ਹਾਰ ਨੂੰ ਵੀ ਟੁਕੜੇ ਟੁਕੜੇ ਕਰਕੇ ਵਾਹਿਗੁਰੂ ਤੋਂ ਕੁਰਬਾਨ ਕਰ ਦਿੰਦਾ ਹੈ। ਮਗਨ ਭਇਓ ਪ੍ਰੇ ਪ੍ਰੇਮ ਸਿਉ, ਸੂਦ ਨਾ ਸਿਮਰਤ ਅੰਗ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਮਗਨ ਪਇਓ ਪ੍ਰੇ ਪ੍ਰੇਮ ਸਿਉ। ਵੇਖ ਲਓ, ਜਿਹੜਾ ਪ੍ਰੇਮੀ ਹੈ ਉਸ ਪਿਆਰੇ ਪ੍ਰਭੂ ਦੇ ਪ੍ਰੇਮ ਦੇ ਵਿੱਚ ਇੰਨਾ ਮਗਨ ਹੋ ਜਾਂਦਾ ਹੈ, ਸੂਦ ਨਾ ਸਿਮਰਤ ਅੰਗ, ਉਹਨੂੰ ਆਪਣੇ ਅੰਗ ਸਰੀਰ ਦੀ ਤੇ ਹੋਰ ਜਿਹੜੇ ਅੰਗ ਪ੍ਰਤੰਗ ਨੇ ਉਹਨਾਂ ਦੀ ਸੁੱਧ ਬੁੱਧ ਨਹੀਂ ਰਹਿੰਦੀ। ਜਿਵੇਂ ਭੌਰਾ ਜਦੋਂ ਕਮਲ ਦੇ ਉੱਤੇ ਜਾ ਕੇ ਬਹਿੰਦਾ ਹੈ ਨਾ, ਉਹ ਆਪਣੇ ਆਪ ਨੂੰ ਭੁੱਲ ਹੀ ਜਾਂਦਾ ਹੈ ਤੇ ਆਪਣੇ ਤਨ ਦਾ ਵੀ ਅੰਗਾਂ ਦਾ ਵੀ ਚੇਤਾ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸੱਚਾ ਪ੍ਰੇਮੀ ਹੁੰਦਾ ਹੈ, ਜਦੋਂ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਮਗਨ ਹੁੰਦਾ ਹੈ, ਉਹਨੂੰ ਆਪਣੇ ਸਰੀਰ ਦੀ ਵੀ ਸੁੱਧ ਬੁੱਧ ਭੁੱਲ ਜਾਂਦੀ ਹੈ ਤੇ ਬਾਕੀ ਅੰਗਾਂ ਦਾ ਵੀ ਚੇਤਾ ਭੁੱਲ ਜਾਂਦਾ ਹੈ। ਪ੍ਰਗਟ ਭਇਓ ਸਭ ਲੋ ਮਹਿ, ਨਾਨਕ ਆਦਮ ਪਤੰਗ। ਲੋ ਅਖੀਰਲੀ ਪੰਕਤੀ ਵਿੱਚ ਗਰੀਬਨ ਵਾਰ ਸਤਿਗੁਰੂ ਜੀ ਫਰਮਾਉਂਦੇ ਨੇ, ਪ੍ਰਗਟ ਪਇਓ ਸਭ ਲੋ ਮੈਂ। ਫਿਰ ਸਾਰੇ ਲੋਕਾਂ ਵਿੱਚ ਉਹ ਪ੍ਰਗਟ ਪ੍ਰਸਿੱਧ ਹੋ ਜਾਂਦਾ ਹੈ। ਕਿਵੇਂ? ਨਾਨਕ ਆਦਮ ਪਤੰਗ। ਉਹ ਜਿਹੜਾ ਪਤੰਗ ਪਰਵਾਨਾ ਹੈ, ਉਹ ਦੀਵੇ ਦੀ ਲਾਟ ਦਾ ਆਸ਼ਕ ਹੁੰਦਾ। ਭਾਵੇਂ ਉਹ ਆਦਮ ਨੀਚ ਗਿਣਿਆ ਜਾਂਦਾ ਹੈ, ਨੀਵਾਂ ਮੰਨਿਆ ਜਾਂਦਾ ਹੈ, ਪਰ ਉਹ ਜਿਹੜਾ ਪਤੰਗਾ ਹੈ, ਪਰਵਾਨਾ ਹੈ ਸ਼ਮਾ ਦਾ, ਉਹ ਸ਼ਮਾ ਦੀ ਲੋਅ ਤੋਂ ਸਭ ਕੁਝ ਕੁਰਬਾਨ ਕਰ ਦਿੰਦਾ ਹੈ। ਇਸੇ ਸਦਕਾ ਉਹ ਸਾਰੀ ਦੁਨੀਆ ਵਿੱਚ ਪ੍ਰਸਿੱਧ ਵੀ ਹੈ। ਕਵੀ ਲੋਕ ਪ੍ਰੇਮ ਤੋਂ ਜਦੋਂ ਕੋਈ ਪ੍ਰੇਮ ਨੂੰ ਉਪਮਾ ਦਿੰਦੇ ਨੇ, ਫਿਰ ਨਾਲ ਸ਼ਮਾ ਦੇ ਪਰਵਾਨੇ ਦੀ ਦਿੰਦੇ ਨੇ। ਅਥਵਾ ਜਮਾਲ ਪਠਾਨ ਦਾ ਨਾਮ ਸੀ ਤੇ ਪਤੰਗ ਗੁਰੂ ਦੇ ਸਿੱਖ ਦਾ ਨਾਮ ਸੀ, ਜਿਨ੍ਹਾਂ ਦਾ ਪ੍ਰਸੰਗ ਪਹਿਲਾਂ ਸਰਵਣ ਕੀਤਾ ਹੈ। ਪ੍ਰਗਟ ਪਇਓ ਸਭ ਲੋ ਮੈਂ, ਨਾਨਕ ਆਦਮ ਪਤੰਗ। ਪਤੰਗ ਜੀ ਭਾਵੇਂ ਆਦਮ ਜਾਤ ਕਰਕੇ ਕਰਮ ਕਰਕੇ ਨੀਵੇਂ ਸਨ, ਪਰ ਗੁਰੂ ਦੇ ਭਰੋਸੇ ਕਰਕੇ ਤੇ ਗੁਰੂ ਦੀ ਸਿੱਖੀ ਨਿਭਾਉਣ ਕਰਕੇ ਵੀ ਉਹ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਗਏ। ਇਹ ਹੈ ਪਾਵਨ ਚੌ ਬੋਲੇ ਬਾਣੀ ਦੀ ਵਿਚਾਰ ਜੋ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਇਸ ਵਿਚਾਰ ਦਾ ਭਾਵ ਸਾਡੇ ਮਨ ਵਿੱਚ ਵਸੇ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਮਗਨ ਭਇਓ ਪ੍ਰੇ ਪ੍ਰੇਮ ਸਿਉ, ਸੂਦ ਨਾ ਸਿਮਰਤ ਅੰਗ। ਪ੍ਰਗਟ ਭਇਓ ਸਭ ਲੋ ਮਹਿ, ਨਾਨਕ ਆਦਮ ਪਤੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।